पंकज बंदन सिमरो अंगद दोख निकंदन अमरदास गुर हृदय त्यावो त्यावो श्री गुरु रामदास गुण गावो गुरु अर्जन विघ्नन के नाशक विघ्नन के नाशक श्री हर गोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विशाला गुरु तेग बहादुर परम कृपाला परम कृपाला श्री गुरु गोबिंद सिंह विशाला तहरों तहरा पार पुन पुन सीसा पुन पुन सीसा बंद हो बार बार जगदीशा तरों धरा पार पुन पुन सीसा पुन पुन सीसा बंद हूँ बार बार जगदीशा जिसमें है अमृत ज्ञान है माणक भगत वैराग श्री गुरु ग्रंथ साहिब उदद बंदों कर अनुराग सतगुर मम बेरी कट हो निज बेरी परचार एह बेरी होए भव सफल बिन बेरी कर पार एकंकारा सतगुरु तेह प्रसाद सच होए वाहेगुरु जी की फतेह विघ्न विनाशन सोए एकंकारा सतगुरु तेह प्रसाद सच होए
ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਅੰਤਰਜਾਮੀ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਵੱਡੇ ਸਮਰੱਥ ਸੱਚੇ ਪਾਤਸ਼ਾਹ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਰਹਿਮਤਾਂ ਬਖਸ਼ਿਸ਼ਾਂ ਦੇ ਮਾਲਕ ਸੱਚੇ ਪਾਤਸ਼ਾਹ, ਮਹਾਨ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ, ਮਿਹਰਾਂ ਦੇ ਘਰ, ਬਖਸ਼ਿਸ਼ਾਂ ਦੇ ਘਰ, ਸਦਾ ਹੀ ਦਾਸਾਂ ਗਰੀਬਾਂ ਦੀ ਇੱਜ਼ਤ ਪੱਤ ਰੱਖਣ ਵਾਲੇ, ਸਹਾਇਤਾ ਕਰਨ ਵਾਲੇ ਸੱਚੇ ਪਾਤਸ਼ਾਹ, ਸਮਰੱਥ ਗੁਰੂ, ਪ੍ਰਤੱਖ ਗੁਰੂ, ਧੰਨ ਧੰਨ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪ੍ਰੇਮ ਦੇ ਨਾਲ ਸਾਰੀ ਸੰਗਤ ਇੱਕ ਵਾਰ ਫਿਰ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਹਾਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ, ਗੁਰੂ ਜੀ ਦਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਬੜੇ ਹੀ ਪ੍ਰੇਮ ਦੇ ਨਾਲ ਦਾਸ ਦੀ ਤੇ ਆਪਣੀ ਹਾਜ਼ਰੀ ਹਜੂਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ, ਸੁਖ ਦੇਣ ਵਾਲਾ ਇਤਿਹਾਸ, ਆਤਮਕ ਰਸ ਦੇਣ ਵਾਲਾ ਇਤਿਹਾਸ, ਆਪ ਸਮੂਹ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰਦੇ ਹੋ। ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਤੀਸਰੀ ਜੰਗ ਦੀ ਜਿੱਤ ਹੋਈ ਜੀ, ਇਹ ਆਪ ਜੀ ਨੇ ਸੁਣਿਆ। ਸਾਧ ਸੰਗਤ ਜੀ, ਲੱਲਾ ਬੇਗ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਮੁਕਾਬਲਾ ਕਰਦਾ ਜੀ। ਜਦੋਂ ਆਪ ਗਿਆ ਤੇ ਜਿੱਥੇ ਜੰਗ ਹੋਈ ਜੀ, ਉੱਥੇ ਇੱਕ ਹੋਰ ਗੱਲ ਕੱਲ ਆਪ ਜੀ ਨੇ ਸੁਣੀ। ਦੋ ਅਮੋਲਕ ਘੋੜਿਆਂ ਵਿੱਚੋਂ ਇੱਕ ਘੋੜਾ ਸ਼ਹੀਦੀ ਪਾ ਗਿਆ ਜੀ। ਜਿਹੜਾ ਸੁਹੇਲਾ ਘੋੜਾ ਸੀ, ਉਹਨੂੰ ਤੱਕ ਤੱਕ ਕੇ ਤੀਰ ਮਾਰਦਾ ਰਿਹਾ ਜੀ। ਗੁਰੂ ਸਾਹਿਬ ਨੇ ਇੱਕ ਹੀ ਤੀਰ ਚਲਾਇਆ ਜੀ, ਉਹਦੇ ਘੋੜੇ ਦੇ ਮੱਥੇ 'ਚ ਤੀਰ ਲੱਗਾ ਤੇ ਪਿਛਲੇ ਪਾਸੋਂ ਤੀਰ ਬਾਹਰ ਆ ਗਿਆ ਜੀ। ਭਾਵ ਇੰਨੀ ਤੇਜ਼ੀ ਦੇ ਨਾਲ ਤੀਰ ਚੱਲਿਆ ਜੀ, ਤੇ ਗੁਰੂ ਸਾਹਿਬ ਜੀ ਦਾ ਘੋੜਾ ਸ਼ਹੀਦੀ ਪਾ ਗਿਆ ਜੀ। ਉਧਰੋਂ ਉਸ ਦੁਸ਼ਟ ਦਾ ਘੋੜਾ ਵੀ ਨਾਸ ਹੋ ਗਿਆ, ਇਧਰੋਂ ਗੁਰੂ ਜੀ ਦਾ ਘੋੜਾ ਸ਼ਹੀਦੀ ਪਾ ਗਿਆ। ਪਰ ਸਾਧ ਸੰਗਤ ਜੀ, ਆਪ ਜੀ ਨੇ ਸੁਣਿਆ ਭਾਈ ਸੰਤੋਖ ਸਿੰਘ ਜੀ, ਬਹੁਤ ਜਿਹਨੇ ਸ਼ਰਧਾ ਸਿੱਖਣੀ ਹੈ ਨਾ ਜੀ, ਉਹ ਭਾਈ ਸੰਤੋਖ ਸਿੰਘ ਜੀ ਨੂੰ ਜ਼ਰੂਰ ਪੜ੍ਹੇ ਜੀ। ਜਿਹਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਸ਼ਰਧਾ ਲੈ ਕੇ ਆਉਣੀ, ਪ੍ਰੇਮ ਹਿਰਦੇ ਵਿੱਚ ਵਸਾਉਣਾ, ਤੇ ਉਹ ਜ਼ਰੂਰ ਪੜ੍ਹੇ ਜੀ ਤੇ ਜ਼ਰੂਰ ਸੁਣੇ ਜੀ। ਉਹ ਦੱਸਦੇ ਨੇ ਘੋੜਾ ਆਮ ਨਹੀਂ ਸੀ, ਘੋੜਾ ਸੱਚੇ ਪਾਤਸ਼ਾਹ ਦਾ ਸੀਗਾ ਜੀ। ਜਦੋਂ ਉਹਨੇ ਸਰੀਰ ਤਿਆਗਿਆ, ਉਹਦੇ ਤੇ ਸੱਚੇ ਪਾਤਸ਼ਾਹ ਸੱਜੇ ਸਨ ਜੀ। ਹਾਂਜੀ, ਤੇ ਕਹਿਣ ਲੱਗੇ ਵੀ ਉਹ ਘੋੜੇ ਦਾ ਜੰਮਣ ਮਰਨ ਕੱਟਿਆ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੁਹੇਲੇ ਦਾ ਜੰਮਣ ਤੇ ਮਰਨ ਕੱਟਿਆ ਗਿਆ ਜੀ। ਗੁਰਮੁਖੋ ਤੇ ਪਸ਼ੂ ਸੀ, ਘੋੜਾ ਸੀ। ਜੇ ਆਪਾਂ ਗੁਰੂ ਜੀ ਦੇ ਸਿੱਖ ਬਣ ਜਾਈਏ ਤੇ ਗੁਰੂ ਸਾਹਿਬ ਸਾਡਾ ਵੀ ਜੰਮਣ ਮਰਨ ਕੱਟ ਦਿੰਦੇ ਜੀ। ਪਸ਼ੂ ਪ੍ਰੇਤ ਮੁਗਧ ਕੋ ਤਾਰੈ, ਪਾਹਣ ਪਾਰ ਉਤਾਰੇ। ਇਹ ਗੁਰੂ ਘਰ ਦੀ ਵਡਿਆਈ ਹੈ, ਗੁਰੂ ਜੀ ਦੀ ਵਡਿਆਈ ਹੈ। ਗੁਰੂ ਜੀ ਪਸ਼ੂਆਂ ਨੂੰ ਤਾਰਦੇ ਨੇ, ਪ੍ਰੇਤਾਂ ਨੂੰ ਤਾਰਦੇ ਨੇ, ਵੱਡੇ ਵੱਡੇ ਮੂਰਖਾਂ ਨੂੰ ਤਾਰ ਦਿੰਦੇ ਜੀ। ਕੋਈ ਆ ਜਾਵੇ ਸਹੀ ਸ਼ਰਨ ਵਿੱਚ, ਜਿੱਥੇ ਪ੍ਰੇਤ ਵੀ ਸ਼ਰਨ ਵਿੱਚ ਆ ਗਏ, ਗੁਰੂ ਜੀ ਨੇ ਉਹਨਾਂ ਨੂੰ ਵੀ ਤਾਰਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਆਪ ਜੀ ਨੇ ਸੁਣਿਆ। ਗੁਰਮੁਖੋ, ਧੰਨ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਪੈਦਲ ਹੋ ਗਏ ਜੀ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਮਹਾਰਾਜ ਘੋੜਾ ਹੋਰ ਹਾਜ਼ਰ ਹੈ। ਮਹਾਰਾਜ ਕਹਿੰਦੇ, ਲੱਲਾ ਬੇਗ ਸਾਹਮਣੇ ਪੈਦਲ ਤੁਰਿਆ ਫਿਰਦਾ, ਅਸੀਂ ਵੀ ਇਸੇ ਤਰ੍ਹਾਂ ਹੀ ਰਵਾਂਗੇ। ਗੁਰਮੁਖੋ, ਲੱਲਾ ਬੇਗ ਫਿਰ ਤਲਵਾਰ ਧੁੰਦਾ ਆਪਣੀ ਜੀ। ਇਧਰੋਂ ਗੁਰੂ ਸਾਹਿਬ ਜੀ ਆਪਣੀ ਸ੍ਰੀ ਸਾਹਿਬ ਕੱਢਦੇ ਨੇ। ਲੱਲਾ ਬੇਗ ਵਾਰ ਕਰਨੋਂ ਆਉਂਦਾ ਦੂਰੋਂ ਭੱਜ ਕੇ ਜੀ।
ਮਹਾਰਾਜ ਨੇ ਖੱਬੇ ਹੱਥ ਵਿੱਚ ਢਾਲ ਫੜੀ ਸੀ। ਗੁਰੂ ਛੇਵੇਂ ਪਾਤਸ਼ਾਹ ਨੇ ਖੱਬੇ ਹੱਥ ਨਾਲ ਉਹਦੀ ਤਲਵਾਰ ਦਾ ਵਾਰ ਢਾਲ ਅੱਗੇ ਕਰਕੇ ਰੋਕ ਲਿਆ ਜੀ। ਹਾਂਜੀ, ਤੇ ਸੰਗਤ ਜੀ ਉਹ ਵਾਰ ਕਰਦਾ ਜੀ, ਇੱਕ ਵਾਰ ਉਹਦਾ ਨਿਸਫਲ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਲੱਲਾ ਬੇਗ ਹੋਰ ਵਾਰ ਕਰ ਲਾ, ਕਹਿਣ ਲੱਗੇ ਕਿਤੇ ਕੋਈ ਇੱਛਾ ਅਧੂਰੀ ਨਾ ਰਹਿ ਜਾਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਰਨ ਪਿੱਛੋਂ ਜੇ ਤੇਰੇ ਹਿਰਦੇ ਵਿੱਚ ਇਹੋ ਹੀ ਖਾਹਿਸ਼ ਰਹਿ ਗਈ ਵੀ ਵਾਰ ਕਰਨਾ, ਫਿਰ ਵਾਰ ਕਰਨ ਵਾਸਤੇ ਜਨਮ ਲੈਣਾ ਪੈਣਾ ਹੈਗਾ ਜੀ ਇਹਨੂੰ ਜੀ। ਹਾਂਜੀ, ਮਹਾਰਾਜ ਪੂਰਾ ਪੂਰਾ ਇਹਦਾ ਭਲਾ ਕਰਨ ਦਾ ਜੀ। ਗੁਰਮੁਖੋ, ਮਰਦੇ ਸਮੇਂ ਜਿਹੋ ਜੀ ਇੱਛਾ ਬੰਦੇ ਦੇ ਅੰਦਰ ਹੋਵੇ ਉਹੋ ਜਿਹਾ ਫਿਰ ਜਨਮ ਮਿਲਦਾ ਜੀ ਅੱਗੋਂ ਜੀ। ਇਹ ਗੱਲ ਤੇ ਗੁਰਬਾਣੀ ਵਿੱਚ ਲਿਖੀ ਹੈ, ਮਹਾਰਾਜ ਨੇ ਸਾਨੂੰ ਸਮਝਾਈ ਹੈ। ਅੰਤ ਕਾਲ ਜੋ ਮਾਇਆ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲ ਬਲ ਅਵਤਰੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਰਦੇ ਸਮੇਂ ਧਿਆਨ ਮਾਇਆ ਵਿੱਚ ਚਲੇ ਗਿਆ, ਚੇਤਾ ਮਾਇਆ ਵਿੱਚ ਚਲੇ ਗਿਆ ਵੀ ਪੈਸੇ ਚਾਹੀਦੇ ਜੀ। ਹੋਰ ਮਹਾਰਾਜ ਕਹਿੰਦੇ ਇਧਰੋਂ ਚੇਤਾ ਚੱਲਣ ਦਿਆ ਹੋਵੇ ਜੀ, ਉਧਰੋਂ ਬੰਦਾ ਮਰ ਜੇ ਜੀ। ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਕਹਿਣ ਲੱਗੇ ਉਹ ਬੰਦਾ ਸੱਪ ਬਣਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪ੍ਰੇਤ ਕੌਣ ਬਣਦਾ ਜੀ? ਅੰਤ ਕਾਲ ਜੋ ਮੰਦਰ ਸਿਮਰੈ, ਅੰਤਲੇ ਸਮੇਂ ਮਰ ਰਿਹਾ ਹੋਵੇ ਜੀ ਤੇ ਆਪਣੇ ਘਰ ਦਾ ਧਿਆਨ ਆ ਜੇ ਜੀ। ਹਾਂਜੀ, ਆਪਣੇ ਘਰ ਦੀ ਚਿੰਤਾ ਲੱਗੀ ਰਹੇ। ਬੜੇ ਬੰਦੇ ਇਹੋ ਜਿਹੇ ਜੀ ਜਿਨ੍ਹਾਂ ਨੂੰ ਮਰਦੇ ਸਮੇਂ ਘਰ ਦੀ ਚਿੰਤਾ ਲੱਗੀ ਰਹਿੰਦੀ। ਪਤਾ ਕੀ ਸੋਚਦੇ ਮਰਦਿਆਂ ਜੀ, ਬੜੀ ਮਿਹਨਤ ਦੀ ਕਮਾਈ ਕਰਕੇ ਘਰ ਬਣਾਇਆ ਸੀ ਤੇ ਸੁੱਖ ਤੇ ਲਿਆ ਹੀ ਨਹੀਂ, ਇਹਦਾ ਤੇ ਮਰ ਚੱਲਾਂ ਜੀ। ਧਿਆਨ ਘਰ ਵਿੱਚ ਚਲੇ ਗਿਆ ਜੀ। ਮਹਾਰਾਜ ਕਹਿੰਦੇ ਉਹ ਬੰਦੇ ਪ੍ਰੇਤ ਬਣਦੇ ਜੀ, ਪ੍ਰੇਤ। ਅੰਤਲੇ ਸਮੇਂ ਧੀਆਂ ਪੁੱਤਰਾਂ ਲਈ ਧਿਆਨ ਹੋਵੇ, ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮਹਿਜੇ ਮਰੈ, ਸੂਕਰ ਜੋਨ ਵੱਲ ਵੱਲ ਅਵਤਰੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅੰਤ ਕਾਲ, ਇਹ ਭਗਤ ਜੀ ਦੀ ਬਾਣੀ ਹੈ ਜੀ। ਪਰ ਹੁਣ ਆਪਾਂ ਇਹ ਵੀ ਕਹਿ ਸਕਦੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਔਰ ਭਗਤ ਤਰਲੋਚਨ ਸਾਹਿਬ ਜੀ ਨੇ ਬੜਾ ਵੱਡਾ ਤਜਰਬਾ ਝੋਲੀ ਪਾਇਆ ਸਾਡੀ ਜੀ। ਉਹ ਕਹਿੰਦੇ ਅੰਤਲੇ ਸਮੇਂ ਬੰਦਾ ਲੜਕੇ ਚੇਤੇ ਕਰ ਰਿਹਾ ਹੋਵੇ, ਮੁੰਡਿਆਂ ਵਿੱਚ ਧੀਆਂ ਪੁੱਤਰਾਂ ਵਿੱਚ ਧਿਆਨ ਹੋਵੇ, ਉਹੋ ਹੀ ਬੰਦਾ ਅਗਲੀ ਜੂਨੇ ਸੂਰ ਬਣਦਾ ਜੀ। ਫਿਰ ਜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਾਰੀ ਗੱਲ ਦਾ ਜ਼ਿਕਰ ਕੀਤਾ ਜੀ। ਤੇ ਸਭ ਤੋਂ ਵਧੀਆ ਗੱਲ, ਬੰਦਾ ਸਰੀਰ ਤਿਆਗ ਰਿਹਾ ਹੋਵੇ, ਆਮ ਭਾਸ਼ਾ ਵਿੱਚ ਆਖਾਂ ਤੇ ਮੌਤ ਹੋ ਰਹੀ ਹੋਵੇ, ਤੇ ਉਸ ਸਮੇਂ ਕਿਤੇ ਰੱਬ ਦਾ ਧਿਆਨ ਆ ਜੇ ਦੀ ਬੰਦੇ ਨੂੰ। ਉਸ ਸਮੇਂ ਕਿਤੇ ਮੁਖੋਂ ਵਾਹਿਗੁਰੂ ਨਿਕਲ ਜੇ, ਉਸ ਸਮੇਂ ਕਿਤੇ ਵਾਹਿਗੁਰੂ ਜੀ ਦੀ ਯਾਦ ਆ ਜੇ, ਪਰਮੇਸ਼ਰ ਦਾ ਧਿਆਨ ਆ ਜੇ, ਤੇ ਭਗਤ ਜੀ ਕਿਰਪਾ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਦਇਆ ਕਰਦੇ ਜੀ। ਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਭਗਤ ਤਰਲੋਚਨ ਸਾਹਿਬ ਜੀ, ਉਹ ਸਾਨੂੰ ਦੱਸਦੇ ਭਾਈ ਅੰਤਲੇ ਸਮੇਂ ਜੇ ਰੱਬ ਚੇਤੇ ਵਿੱਚ ਆ ਗਿਆ ਤੇ ਜੰਮਣ ਤੇ ਮਰਨ ਕਟਿਆ ਹੀ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਜੰਮਣਾ ਹੀ ਨਹੀਂ ਪੈਂਦਾ ਜੀ। ਹੋਰ ਜੋ ਜੋ ਸੋਚੋਗੇ ਗੁਰਮੁਖੋ, ਉਹ ਜੋ ਸੋਚੋਗੇ ਉਸ ਸੋਚ ਨੂੰ ਮੁੱਖ ਰੱਖਦਿਆਂ ਜਨਮ ਲੈਣਾ ਪਏਗਾ ਜੀ। ਤੇ ਜੇ ਰੱਬ ਨੂੰ ਚੇਤੇ ਕਰੋਗੇ ਤੇ ਜਨਮ ਬਾਅਦ ਚੋਂ ਲੈਣਾ ਹੀ ਨਹੀਂ ਪਏਗਾ ਜੀ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਬਦਿਤ ਤਲੋਚਨ ਤੇ ਨਰ ਮੁਕਤਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਮਨੁੱਖ ਮੁਕਤ ਹੋ ਜਾਂਦਾ ਜੀ। ਉਹਨੂੰ ਹੋਰ ਕਿਸੇ ਗੱਲ ਦੀ ਚਿੰਤਾ ਹੀ ਨਹੀਂ ਜੀ ਰਹਿੰਦੀ ਜੀ। ਮਰਨ ਸਮੇਂ ਕਿਤੇ ਵਾਹਿਗੁਰੂ ਜੀ ਚੇਤਾ ਆ ਜਾਣ ਜੀ। ਬਦਤ ਤਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਕੈ ਹਿਰਦੈ ਬਸੈ। ਵਾਹਿਗੁਰੂ ਪਰਮੇਸ਼ਰ ਜੀ ਉਹਦੇ ਹਿਰਦੇ 'ਚ ਵਸ ਜਾਂਦੇ ਜੀ। ਥੋੜਾ ਜਿਹਾ ਇੱਕ ਸ਼ਬਦ ਬਾਰੇ ਕਹਿ ਕੇ ਆਪਾਂ ਇਤਿਹਾਸ ਵਾਲੇ ਪਾਸੇ ਆ ਜਾਣਾ। ਸੰਗਤ ਜੀ, ਅੰਤਲੇ ਸਮੇਂ ਵੀ ਬੰਦੇ ਨੂੰ ਉਹ ਯਾਦ ਆਉਂਦਾ ਜੋ ਸਾਰੀ ਉਮਰ ਯਾਦ ਕੀਤਾ ਹੋਵੇ ਜੀ। ਸਾਰੀ ਉਮਰ ਧਿਆਨ ਧੀਆਂ ਪੁੱਤਰਾਂ 'ਚ, ਤੇ ਅੰਤਲੇ ਸਮੇਂ ਵੀ ਧਿਆਨ ਉਹੋ ਹੀ ਰਹਿਣਾ ਜੀ। ਤਾਈਓ ਸਿਆਣੇ ਵਿਦਵਾਨ ਮਹਾਂਪੁਰਖ ਰੱਬ ਦੇ ਪਿਆਰੇ ਉਹ ਇਸ ਗੱਲ ਦੀ ਸੋਝੀ ਪਾਉਂਦੇ, ਭਾਈ ਕੋਸ਼ਿਸ਼ ਕਰੋ ਹਰ ਵਕਤ ਵਾਹਿਗੁਰੂ ਜੀ ਨੂੰ ਚੇਤਾ ਕਰੋ ਜੀ। ਮਰਦੇ ਸਮੇਂ, ਸਰੀਰ ਤਿਆਗਣ ਦੇ ਸਮੇਂ ਫਿਰ ਧਿਆਨ 'ਚ ਵਾਹਿਗੁਰੂ ਜੀ ਆਉਣਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਜੋ ਵਸਿਆ ਜੀ ਉਹਨੇ ਆਉਣਾ ਜੀ। ਹਾਂਜੀ, ਤੇ ਇਹਦੇ ਬਾਰੇ ਫਿਰ ਪੁਰਾਤਨ ਸੰਪਰਦਾਇ ਗਿਆਨੀ
ਇੱਕ ਕਹਾਵਤ ਵੀ ਦੱਸਦੇ ਜੀ। ਉਹ ਕਹਿੰਦੇ ਬਜ਼ੁਰਗ ਹਾਏ ਹਾਏ ਕਰਨ ਦਿਆ ਕੁਝ ਸਮੇਂ 'ਚ ਉਹਨੇ ਸਰੀਰ ਤਿਆਗਣਾ ਹੈਗਾ ਜੀ। ਸਾਰਾ ਪਰਿਵਾਰ ਆਲੇ ਦੁਆਲੇ ਬੈਠਾ ਜੀ। ਹਾਂਜੀ, ਤੇ ਸਾਰੀ ਉਮਰ ਉਸ ਬੰਦੇ ਨੇ ਦੁਕਾਨ ਕੀਤੀ ਹੈਗੀ ਜੀ। ਸੁਰਤ ਦੁਕਾਨ 'ਚ ਹੀ ਵਸੀ ਰਹੀ ਜੀ। ਹਾਂਜੀ, ਉਹ ਵੱਡੇ ਨੂੰ ਆਵਾਜ਼ ਮਾਰੀ, ਰਾਮ ਤੂੰ ਕਿੱਥੇ ਆ? ਉਹ ਕਹਿੰਦਾ ਪਿਤਾ ਜੀ ਮੈਂ ਤੁਹਾਡੇ ਪੈਰ ਘੁੱਟ ਰਿਹਾ ਵੇਖੋ। ਛੋਟੇ ਨੂੰ ਆਵਾਜ਼ ਮਾਰੀ, ਸ਼ਾਮ ਤੂੰ ਕਿੱਥੇ ਆ? ਉਹ ਕਹਿੰਦਾ ਵੇਖੋ ਮੈਂ ਤੁਹਾਡੀਆਂ ਲੱਤਾਂ ਕੁੱਟਣ ਆ, ਵਾਹਿਗੁਰੂ ਤੁਹਾਡੀਆਂ ਬਾਹਾਂ ਕੁੱਟਣ ਆ। ਤੇ ਉਹਦੇ ਤੋਂ ਛੋਟੇ ਨੂੰ ਆਵਾਜ਼ ਮਾਰੀ ਵੀ ਤੂੰ ਕਿੱਥੇ ਆ? ਉਹ ਕਹਿੰਦਾ ਵੀ ਮੈਂ ਤੁਹਾਡੇ ਸਿਰ ਵਾਲੇ ਪਾਸੇ ਖਲੋਤਾ, ਵੇਖੋ ਪਿਛਲੇ ਪਾਸੇ। ਤੇ ਉਹ ਸਾਰਿਆਂ ਨੂੰ ਕਹਿਣ ਲੱਗਾ ਕੰਬਖਤੋ ਸਾਰੇ ਮੇਰੇ ਦੁਆਲੇ ਹੋ ਗਏ ਜੇ, ਦੁਕਾਨ ਤੇ ਕਿੰਨੇ ਬਹਿਣਾ ਜੀ। ਜਦੋਂ ਆਹ ਗੱਲ ਕੀਤੀ ਤੇ ਉਧਰੋਂ ਸਵਾਸ ਪੂਰੇ ਹੋ ਗਏ ਤੇ ਉਹ ਚਾਲਾ ਮਾਰ ਗਿਆ ਜੀ। ਹਾਂਜੀ, ਹੁਣ ਇਹੋ ਜਿਹਾ ਬੰਦਾ ਪ੍ਰੇਤ ਹੀ ਬਣੇਗਾ ਜੀ। ਅੱਜ ਕੇ ਆਖੋ ਵਾਹਿਗੁਰੂ। ਸੋ ਸੱਚੇ ਪਾਤਸ਼ਾਹ ਮਹਾਰਾਜ ਲੱਲਾ ਬੇਗ ਨੂੰ ਕਹਿਣ ਲੱਗੇ, ਲੱਲਾ ਬੇਗ ਵਾਰ ਕਰ ਲਾ, ਕਹਿਣ ਲੱਗੇ ਕਰ ਲਾ ਵਾਰ, ਕਹਿਣ ਲੱਗੇ ਇਹ ਨਾ ਹੋਵੇ ਇੱਛਾ ਵਿੱਚ ਹੀ ਰਹਿ ਜੇ, ਮੁੜ ਤੈਨੂੰ ਇਸੇ ਵਾਸ਼ਨਾ ਕਰਕੇ ਦੁਬਾਰਾ ਜਨਮ ਲੈਣਾ ਪਵੇ, ਕਹਿਣ ਲੱਗੇ। ਲੱਲਾ ਬੇਗ ਵਾਰ ਕਰਦਾ ਜੀ, ਖੂਬ ਵਾਰ ਕਰਦਾ। 6ਵੇਂ ਪਾਤਸ਼ਾਹ ਨੇ ਇੱਕੋ ਵਾਰ ਕੀਤਾ, ਅੱਗੇ ਲੱਗ ਕੇ ਭੱਜ ਗਿਆ ਜੀ। ਮਹਾਰਾਜ ਕਹਿੰਦੇ ਹੁਣ ਭੱਜ ਨਾ, ਹੁਣ ਵਾਪਸ ਆ, ਕਹਿਣ ਲੱਗੇ। ਫਿਰ ਵਾਪਸ ਆਇਆ, ਉਹਦੇ ਪੈਰਾਂ ਵਾਲੇ ਪਾਸੇ ਗੁਰੂ ਜੀ ਨੇ ਸ੍ਰੀ ਸਾਹਿਬ ਚਲਾਈ ਜੀ। ਇਹ ਵੀ ਜੰਗ ਦੇ ਦਾਅ ਹੁੰਦੇ ਜੀ, ਜਿਹੜੇ ਗਤਕਾ ਕਰਦੇ ਉਹਨਾਂ ਸਿੰਘਾਂ ਨੂੰ ਪਤਾ ਜੀ। ਤੇ ਗੁਰਮੁਖੋ ਪੈਰਾਂ ਵਾਲੇ ਪਾਸਿਓਂ ਜਦੋਂ ਕੀਤੀ, ਉਹਨੇ ਢਾਲ ਥੱਲੇ ਨੂੰ ਕੀਤੀ, ਉਹਦਾ ਧਿਆਨ ਥੱਲੇ ਹੋ ਗਿਆ। ਬੜੀ ਫੁਰਤੀ ਦੇ ਨਾਲ ਗੁਰੂ ਸਾਹਿਬ ਨੇ ਸ੍ਰੀ ਸਾਹਿਬ ਉੱਤੇ ਕਰਕੇ ਉਹਦੀ ਗਰਦਨ ਤੇ ਮਾਰ ਕੇ ਉਹਦੀ ਧੌਣ ਵੱਟ ਸੁੱਟੀ ਜੀ ਸੱਚੇ ਪਾਤਸ਼ਾਹ ਨੇ। ਲੱਲਾ ਬੇਗ ਦੁਸ਼ਟ ਦਾ ਅੰਤ ਹੋ ਗਿਆ। ਤੇ ਭਾਈ ਸੰਤੋਖ ਸਿੰਘ ਜੀ ਦੱਸਦੇ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਪਾਪੀ ਦੀਆਂ ਜੀ। ਪਰ ਮਰਦੇ ਮਰਦੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ ਜੀ। ਅੱਜ ਕੇ ਆਖੋ ਵਾਹਿਗੁਰੂ। ਆਹ ਗੱਲ ਬੜੀ ਵੱਡੀ ਹੋ ਗਈ ਜੀ। ਵਾਰ ਕਰਨ ਵਾਲੀ ਤੇ ਇੱਛਾ ਮਹਾਰਾਜ ਨੇ ਪੂਰੀ ਪਹਿਲਾਂ ਹੀ ਕਰਾ ਲਈ ਜੀ। ਤੇ ਮਰਦਿਆਂ ਮਰਦਿਆਂ ਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ। ਜਿਹਦਾ ਦੱਸਦੇ ਨੇ ਭਾਈ ਸੰਤੋਖ ਸਿੰਘ ਜੀ, ਉਹ ਕਹਿੰਦੇ ਉਹਨਾਂ ਦਰਸ਼ਨਾਂ ਦਾ ਫਲ ਮਿਲਿਆ। ਸਾਰੀ ਉਮਰ ਤੇ ਪਾਪ ਹੀ ਕੀਤੇ ਜੀ ਉਹਨੇ ਜੀ, ਪਰ ਜਿਹੜੇ ਜਾਂਦੇ ਜਾਂਦੇ ਉਹਨੂੰ ਦਰਸ਼ਨ ਹੋ ਗਏ ਨਾ ਗੁਰੂ ਜੀ ਦੇ, ਉਹਦਾ ਫਲ ਇਹ ਮਿਲਿਆ। ਉਹਦਾ ਵੀ ਜੰਮਣ ਮਰਨ ਖਤਮ ਹੋਇਆ ਤੇ ਉਹਨੂੰ ਵੀ ਸਾਧ ਸੰਗਤ ਜੀ ਫਿਰ ਸੱਚਖੰਡ ਵਿੱਚ ਵਾਹਿਗੁਰੂ ਸਵਰਗਾਂ ਵਿੱਚ ਥਾਂ ਮਿਲੀ। ਗੱਜ ਕੇ ਆਖੋ ਵਾਹਿਗੁਰੂ। ਉਹਨੂੰ ਵੀ ਸਵਰਗਾਂ ਵਿੱਚ ਥਾਂ ਮਿਲ ਗਈ ਜੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਆਪਣੀ ਜਿੱਤ ਹੋ ਗਈ ਹੈ। ਤੇ ਹੁਣ ਜੇ ਕੋਈ ਹਥਿਆਰ ਛੱਡ ਦੇ ਤੇ ਉਹਨੂੰ ਨਹੀਂ ਮਾਰਨਾ, ਜਿਹੜਾ ਅੜੇਗਾ ਉਹਨੂੰ ਮਾਰ ਦਿਓ। ਹਾਂਜੀ, ਹੁਣ ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਆਪ ਜੀ ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਸਰਵਣ ਕਰੋ। ਦੋਵੇਂ ਹੱਥ ਜੋੜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੱਜ ਕੇ ਸਾਰੇ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਕੋ ਸਤਿਗੁਰ ਕਰਿਓ ਸੰਭਾਰਨ, ਬੂਝਤ ਜੋਧ ਸੰਗ ਸਤ ਭਾਏ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਿਆਂ ਦੀ ਸੰਭਾਲ ਕੀਤੀ ਜੀ। ਜਿੰਨੇ ਕੁ ਸਿੱਖ ਸਨ ਬਾਬਾ ਬਿਧੀ ਚੰਦ ਜੀ ਵੱਲ, ਹੋਰ ਗੁਰੂ ਕੇ ਸਿੱਖਾਂ ਵੱਲ, ਤੇ ਸੱਚੇ ਪਾਤਸ਼ਾਹ ਨੇ ਮੁੜ ਰਾਏ ਜੋਧ ਵੱਲ ਧਿਆਨ ਮਾਰਿਆ ਜੀ। ਰਾਏ ਜੋਧ ਦਾ ਸਰੀਰ ਜ਼ਖਮੋ ਜ਼ਖਮੀ ਹੋਇਆ ਜੀ। ਸਰੀਰ ਤੇ ਵੱਡੇ ਵੱਡੇ ਫੱਟ ਲੱਗੇ। ਗੁਰਮੁਖੋ ਇਹਦੀ ਪਤਨੀ ਨੇ ਸਿੱਖਿਆ ਦਿੱਤੀ ਸੀ ਰਾਏ ਜੋਧ ਆਪਣੇ ਪਤੀ ਨੂੰ, ਪਤੀ ਜੀ ਰਾਜਾ ਜੀ ਸਵਾਸ ਤੇ ਤਿਆਗ ਦਿਓ ਪਰ ਸੇਵਾ ਵਾਲੇ ਪਾਸਿਓਂ ਪਿੱਠ ਨਾ ਦਿਓ। ਸਵਾਸ ਵੀ ਤਿਆਗਣੇ ਪੈਣ ਤੇ ਗੱਲ ਕੋਈ ਨਹੀਂ ਹੈਗੀ। ਸਰੀਰ ਲੱਗਦਾ ਲੇਖੇ ਤੇ ਲਾ ਦਿਓ, ਬਾਰ ਬਾਰ ਸਰੀਰ ਨਹੀਂ ਮਿਲਣਾ। ਰਾਏ ਜੋਧ ਨੇ ਬੜੀ ਅੱਗੇ ਹੋ ਕੇ ਜੰਗ ਲੜੀ ਜੀ। ਰਾਏ ਜੋਧ ਦੇ ਸਰੀਰ ਤੇ ਜ਼ਖਮ ਹੋਏ ਪਏ, ਫੱਟ ਲੱਗੇ ਪਏ ਜੀ।
ਮਹਾਰਾਜ ਨੇ ਰਾਏ ਜੋਧ ਨੂੰ ਹਾਲ ਚਾਲ ਪੁੱਛਿਆ ਵੀ ਸੁਣਾ ਰਾਏ ਜੋਧ ਤੇਰਾ ਕੀ ਹਾਲ ਹੈ। ਹਾਂਜੀ। ਗਮਨੋ ਸਿਵਰ ਕਾਜ ਪਾ ਪੂਰਨ ਇਮ ਕਹਿ ਗਮਨ ਕੀਨ ਹਰ ਖਾਏ। ਰਾਏ ਜੋਧ ਨੇ ਆਖਿਆ ਮਹਾਰਾਜ ਵੇਖੋ ਤੁਹਾਡੀ ਕਿਰਪਾ ਨਾਲ ਮੈਂ ਚੰਗਾ ਭਲਾ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਸਰੀਰ ਜ਼ਖਮਾਂ ਨਾਲ ਭਰਿਆ ਜੀ ਤੇ ਰਾਏ ਜੋਧ ਨੇ ਆਹ ਬਚਨ ਕੀਤਾ ਜੀ। ਮਹਾਰਾਜ ਰਾਏ ਜੋਧ ਨੂੰ ਕਹਿਣ ਲੱਗੇ ਆਪਣਾ ਕਾਰਜ ਹੋ ਗਿਆ, ਹੁਣ ਡੇਰੇ ਵਾਲੇ ਪਾਸੇ ਚੱਲੀਏ ਜੀ। ਭਾਵ ਉਹ ਜਿੱਥੇ ਪੜਾ ਲਾਇਆ ਸੀ ਨਾ ਜੀ ਸਰੋਵਰ ਤੇ, ਮਹਾਰਾਜ ਕਹਿੰਦੇ ਉਧਰ ਚੱਲੀਏ। ਹਾਂਜੀ। ਨਿਜ ਡੇਰੇ ਮਹਿ ਉਤਰੇ ਆਏ ਸੋਗਿਨ ਵਾਏ ਜੋਧਾ ਸਮਦਾਏ। ਸੱਚੇ ਪਾਤਸ਼ਾਹ ਆਪਣੇ ਡੇਰੇ ਚ ਆ ਕੇ ਸੱਜ ਗਏ, ਆਪਣੇ ਪੜਾਅ ਤੇ ਸੱਜ ਗਏ ਜੀ। ਹੁਣ ਗੁਰੂ ਸਾਹਿਬ ਨੇ ਵਿਚਾਰ ਬਣਾਇਆ ਵੀ ਗਿਣਤੀ ਲਵਾਈਏ ਕਿੰਨੇ ਕੁ ਸਿੱਖ ਸ਼ਹੀਦੀਆਂ ਪਾ ਗਏ ਨੇ ਜੀ। ਹਾਂਜੀ। ਇਹ ਵੀ ਚਲੋ ਬਾਹਰੀ ਤੌਰ ਤੇ ਕਿਰਿਆ, ਪਤਾ ਤੇ ਹੈ ਹੀ ਹੈ ਗੁਰੂ ਸਾਹਿਬ ਨੂੰ ਜੀ, ਬਸ ਬਾਹਰੀ ਤੌਰ ਤੇ ਸ਼ੰਕਾ ਕੱਢਣ ਵਾਸਤੇ ਜੀ। ਹਾਂਜੀ। ਸੈਨਾਪਤੀ ਸਭ ਬੂਝਨ ਕੀਨ ਕੇਤਕ ਸੁਭਾਟ ਰਹੇ ਥਿਣ ਥਾਏ। ਸੱਚੇ ਪਾਤਸ਼ਾਹ ਮਹਾਰਾਜ ਨੇ ਸੈਨਾਪਤੀ ਇੱਕ ਮੁਖੀ ਸਿੱਖ ਨੂੰ ਆਖਿਆ ਭਾਈ ਗਿਣੋ ਕਿੰਨੇ ਕੁ ਸਿੱਖ ਸਾਡੇ ਜੰਗ ਵਿੱਚ ਸ਼ਹੀਦ ਹੋ ਗਏ ਨੇ, ਕਿੰਨੇ ਕੁ ਸਿੰਘ ਬਚੇ ਨੇ, ਪਤਾ ਕਰੋ ਸਾਰੀ ਗੱਲ ਦਾ। ਹਾਂਜੀ। ਗਿਨ ਕੈ ਸਭਨ ਆਨ ਸੁਧ ਦੀਨਸ ਮਹਾਰਾਜ ਰਾਵਰ ਕੋ ਵੀਰ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਆਸਣ ਤੇ ਸੱਜੇ, ਬੜੀਆਂ ਹੀ ਖੁਸ਼ੀਆਂ ਆਸੇ ਪਾਸੇ ਵਰਤ ਰਹੀਆਂ ਜੀ। ਤੇ ਗੁਰਮੁਖੋ ਹਰ ਇੱਕ ਸਿੱਖ ਦਾ ਚਿਹਰਾ ਖੁਸ਼ੀ ਨਾਲ ਭਰਿਆ ਪਿਆ ਵੀ ਆਪਾਂ ਜੰਗ ਜਿੱਤ ਲਈ ਹੈ। ਉਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸੈਨਾਪਤੀ ਆ ਗਿਆ ਜੀ ਗਿਣਤੀ ਲਾ ਕੇ। ਤੇ ਹੁਣ ਤੁਸੀਂ ਹੈਰਾਨ ਹੋਵੋਗੇ ਜੀ 35,000 ਦੀ ਫੌਜ ਤੇ ਗੁਰੂ ਕੇ ਸਿੱਖ ਕਿੰਨੇ ਗਏ ਜੀ ਲੇਖੇ ਲੱਗੇ। ਉਹ ਹੁਣ ਸੁਣੋ ਸਾਰਾ। ਉਹਨੇ ਸਾਰੀ ਗਿਣਤੀ ਮਿਣਤੀ ਕਰਕੇ ਹਿਸਾਬ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਦੱਸਿਆ। ਹਾਂਜੀ। ਜੋਧ ਰਾਏ ਕੀ ਚਮੂ ਸਹਿਤ ਸਭ ਪਹੁੰਚੇ ਸੁਰਗ ਜੋ ਤਿਆਗ ਸਰੀਰ। ਮਹਾਰਾਜ ਮੈਂ ਗਿਣਤੀ ਲਾ ਲਈ ਹੈ, ਵਿੱਚ ਹੀ ਆਪਣੇ ਸਿੱਖ ਤੇ ਵਿੱਚੇ ਰਾਏ ਜੋਧ ਦੀ ਸੈਨਾ ਦੇ। ਮਹਾਰਾਜ ਕੁੱਲ ਕੁ ਮਨੁੱਖ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣੇ ਸਰੀਰ ਲੇਖੇ ਲਾਏ ਤੇ ਜਿਹੜੇ ਸਵਰਗਾਂ ਸੱਚਖੰਡ ਵਿੱਚ ਪਹੁੰਚੇ ਹੋਏ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉਹਨਾਂ ਦੀ ਕੁੱਲ ਜਿਹੜੀ ਗਿਣਤੀ ਹੈ ਉਹ ਮੈਂ ਆਪ ਜੀ ਨੂੰ ਦੱਸਦਾ। ਹਾਂਜੀ। ਸਭ ਗਿਨ ਲੀਨੇ ਭਲੇ ਕਰ ਨਿਰਣੈ ਦੋਸਵੈ ਇੱਕ ਸਹਸਰ ਰਣ ਧੀਰ। ਤੇ ਸੱਚੇ ਪਾਤਸ਼ਾਹ ਕੁੱਲ 1,200 ਸਿੱਖ 1200 ਸਿੱਖ ਸ਼ਹੀਦ ਹੋਇਆ ਆਪਣਾ। ਗੱਜ ਕੇ ਆਖੋ ਵਾਹਿਗੁਰੂ। ਕਮਾਲ ਦੀ ਗੱਲ ਜੀ। ਵੇਖੋ ਇੱਕ ਬੰਨੇ 35,000 ਤੇ ਉਹ 35,000 ਹੀ ਨਹੀਂ ਲੱਭਾ ਜੀ, ਕਿੱਥੇ ਗਿਆ ਜੀ। ਹਾਂਜੀ। ਇਧਰ ਗੁਰੂ ਕੇ ਕੱਲੇ 1200 ਸਿੱਖ ਹੀ ਸ਼ਹੀਦ ਹੋਏ ਜੀ। ਉਧਰ ਕਿੰਨਾ ਵੱਡਾ ਘਾਟਾ। ਇਧਰ ਵੇਖੋ ਵੀ 1200 ਸਿੱਖ ਸ਼ਹੀਦ ਹੋਏ ਜੀ। 1200 ਸਿੱਖ ਤੇ 35,000 ਦੀ ਫੌਜ ਮਾਰ ਸੁੱਟੀ ਜੀ। ਅੱਜ ਕੇ ਅੱਕੋ ਵਾਹਿਗੁਰੂ। ਹਾਂਜੀ। 1200 ਨੇ ਜੀ। ਹਾਂਜੀ। ਬਾਕੀ ਕੁਝ ਜ਼ਖਮੀ ਸਨ। ਮਹਾਰਾਜ ਆਪਣੇ 1200 ਸਿੱਖ ਸ਼ਹੀਦ ਹੋਏ ਨੇ ਸੱਚੇ ਪਾਤਸ਼ਾਹ। ਹਾਂਜੀ। ਤੁਰਕਨ ਸੋਲਰ ਹੇਤ ਆਪਕੇ ਰਹੇ ਖੇਤ ਰਣ ਵਿਖੈ ਗਹੀ। ਮਹਾਰਾਜ ਇਹ ਸਾਰੇ ਗੁਰੂ ਕੇ ਸਿੱਖ ਸ਼ਹੀਦ ਹੋ ਗਏ ਨੇ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਇਹਨਾਂ ਸ਼ਹੀਦਾਂ ਵਿੱਚੋਂ ਸਤਿਕਾਰਯੋਗ ਬਾਬਾ ਜੀ ਭਾਈ ਜੇਠਾ ਜੀ ਵੀ ਸਨ ਜੀ। ਭਾਈ ਜੇਠਾ ਜੀ ਮੈਂ ਕੱਲ ਵੀ ਬੇਨਤੀ ਕੀਤੀ ਵੀ ਭਾਈ ਜੇਠਾ ਜੀ ਕੌਣ ਸਨ। ਭਾਈ ਜੇਠਾ ਜੀ ਉਹ ਸਿੱਖ ਸਨ ਜਦੋਂ ਸੱਚੇ ਪਾਤਸ਼ਾਹ ਜੀ ਦਾ ਤੀਸਰਾ ਆਨੰਦ ਕਾਰਜ ਹੁੰਦਾ ਜੀ। ਉਹ ਤੀਸਰਾ ਆਨੰਦ ਕਾਰਜ ਜਦੋਂ ਹੋਇਆ ਤੇ ਪਿਤਾ ਜੀ ਦੀ ਥਾਂ ਤੇ ਸਤਿਗੁਰੂ ਜੀ ਨੇ ਭਾਈ ਜੇਠਾ ਜੀ ਦੀ ਮਿਲਣੀ ਕਰਾਈ ਸੀਗੀ ਜੀ। ਤੁਸੀਂ ਆਪੇ ਹਿਸਾਬ ਲਾਓ ਵੀ ਬਾਬਾ ਜੀ ਭਾਈ ਜੇਠਾ ਜੀ ਸਤਿਕਾਰਯੋਗ ਉਹ ਕਿੰਨਾ ਵੱਧ ਸਤਿਕਾਰਤ ਹਸਤੀ ਸਨ ਜੀ। ਭਾਈ ਜੇਠਾ ਜੀ ਉਹ ਵੀ ਸ਼ਹੀਦ ਹੋਏ। ਮਹਾਰਾਜ ਇਹ ਸਾਰੇ ਗੁਰੂ ਕੇ ਸਿੱਖ ਸ਼ਹੀਦ ਹੋ ਚੁੱਕੇ ਨੇ। ਹਾਂਜੀ। ਨਿਜ ਨਿਜ ਡੇਰੇ ਮਹਿ ਬਿਸਰਾਮੇ ਘਾਇਲ ਸੁਭਟ ਕਿਤਕ ਲੈ ਸਾਰ। ਮਹਾਰਾਜ ਕੁਝ ਸਿੱਖ ਜਿਹੜੇ ਜ਼ਖਮੀ ਹੋਏ ਨੇ ਸੱਚੇ ਪਾਤਸ਼ਾਹ ਉਹ ਆਪਣੇ ਆਪਣੇ ਡੇਰਿਆਂ ਤੇ ਸੱਜੇ ਨੇ। ਹਾਂਜੀ। ਸਭ ਪਰ ਸੇਵਕ ਸੇਵਾ ਕੇ ਹਿਤ ਕਰੇ ਸੁਪਰਦ ਭਲੇ ਪ੍ਰਤਪਾਰ। ਸੱਚੇ ਪਾਤਸ਼ਾਹ ਸਾਰਿਆਂ ਉੱਤੇ ਗੁਰੂ ਕੇ ਸਿੱਖ ਖਲੋ ਗਏ ਨੇ ਜ਼ਖਮੀਆਂ ਉੱਤੇ।
ਸਾਰਿਆਂ ਦੀ ਸੇਵਾ ਹੋ ਰਹੀ ਹੈ, ਟਹਿਲ ਪਾਣੀ ਹੋ ਰਹੀ ਹੈ। ਹਾਂਜੀ। ਜੋਧ ਰਾਏ ਕੋ ਨਿਕਟ ਹਕਾਰਿਓ ਤਨ ਮਹਿ ਸ਼ਦ ਤੇ ਭਇਓ ਸੁਮਾਰ। ਤੇ ਗੁਰੂ ਸਾਹਿਬ ਨੇ ਰਾਏ ਜੋਧ ਨੂੰ ਕੋਲ ਸੱਦਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਰਾਏ ਜੋਧ ਦੇ ਸਰੀਰ ਤੇ ਜ਼ਖਮ ਹੋਏ ਜੀ। ਸਰੀਰ ਦਾ ਬੁਰਾ ਹਾਲ ਸੀਗਾ ਰਾਏ ਜੋਧ ਦਾ ਜੀ। ਪਰ ਫਿਰ ਵੀ ਰਾਏ ਜੋਧ ਆਪਣੇ ਕਮਰੇ 'ਚ ਨਹੀਂ ਗਿਆ ਜੀ, ਆਪਣੇ ਪੜਾਅ ਤੇ ਨਹੀਂ ਗਿਆ ਵੀ ਮੈਂ ਵੀ ਜਾ ਕੇ ਆਰਾਮ ਕਰਾਂ, ਏਡੀ ਵੱਡੀ ਜੰਗ ਲੜੀ ਜੀ। ਹਾਂਜੀ। ਰਾਏ ਜੋਧ ਗੁਰੂ ਸਾਹਿਬ ਜੀ ਦੇ ਪਾਸ ਖਲੋਤਾ ਜੀ। ਹਾਂਜੀ। ਕਿਰਪਾ ਨਿਧਾਨ ਕਿਰਪਾ ਕਰ ਦੇਖਿਓ ਹਾਥ ਸਪਰਸ਼ਨ ਕਰਿਓ ਉਦਾਰ। ਤੇ ਦੋਵੇਂ ਹੱਥ ਜੋੜੋ ਤੇ ਇੱਕ ਵਾਰੀ ਪ੍ਰੇਮ ਨਾਲ ਆਖੋ, ਪ੍ਰੇਮ ਵਸਾਓ ਗੁਰੂ ਜੀ ਦਾ ਹਿਰਦੇ ਵਿੱਚ। ਹੱਥ ਜੋੜੋ, ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਰਾਏ ਜੋਧ ਨੂੰ ਜ਼ਖਮ ਧੋਏ ਜੀ, ਜ਼ਖਮਾਂ ਦੀ ਦਰਦ ਵੀ ਹੋ ਰਹੀ ਹੈ। ਮਹਾਰਾਜ ਕਹਿੰਦੇ ਰਾਏ ਜੋਧ ਫੜਾ ਹਾਂ ਆਪਣੀ ਬਾਂਹ, ਕਿੱਥੇ ਕੁ ਜ਼ਖਮ ਹੋਏ ਤੇਰੇ। ਹਾਂਜੀ। ਰਾਏ ਜੋਧ ਨੇ ਬਾਂਹ ਫੜਾਈ, ਹੋਰ ਸਰੀਰ ਵਿਖਾਇਆ, ਜਿੱਥੇ ਜਿੱਥੇ ਜ਼ਖਮ ਹੋਏ ਉੱਥੇ ਉੱਥੇ ਸਤਿਗੁਰੂ ਆਪਣਾ ਹੱਥ ਫੇਰ ਰਹੇ ਜੀ। ਹਾਂਜੀ। ਹੱਥ ਫੇਰ ਰਹੇ ਉੱਥੇ ਉੱਥੇ ਸੱਚੇ ਪਾਤਸ਼ਾਹ। ਹਾਂਜੀ। ਜਹ ਜਹ ਘਾਵ ਅਲਪ ਕੈ ਦੀਰਗ ਸਭ ਕੀ ਪੀਰ ਹਰੀ ਗੁਰ ਪੀਰ। ਗੁਰਮੁਖੋ ਜਿੱਥੇ ਵੱਡੇ ਛੋਟੇ ਘਾਵ ਸਨ, ਜ਼ਖਮ ਸਨ, ਸੱਚੇ ਪਾਤਸ਼ਾਹ ਨੇ ਉਹਨਾਂ ਜ਼ਖਮਾਂ ਤੇ ਹੱਥ ਲਾਇਆ। ਜਿਸ ਜਿਸ ਜ਼ਖਮ ਤੇ ਹੱਥ ਲਾਉਂਦੇ ਸਨ ਉਸ ਜ਼ਖਮ ਦੀ ਦਰਦ ਦੂਰ ਹੋਈ ਜਾਂਦੀ ਸੀਗੀ ਜੀ। ਅੱਜ ਕੇ ਆਖੋ ਵਾਹਿਗੁਰੂ। ਉਹ ਬਾਹਰੋਂ ਤੇ ਉਸੇ ਤਰ੍ਹਾਂ ਰਹਿੰਦੀ ਸੀਗਾ ਜੀ ਜ਼ਖਮ, ਪਰ ਉਹਦੀ ਦਰਦ ਨਾ ਹੋਵੇ ਜੀ ਰਾਏ ਜੋਧ ਨੂੰ ਜੀ। ਰਾਏ ਜੋਧ ਇੰਨੇ ਆਨੰਦ ਚ ਆ ਗਿਆ। ਗੁਰਮੁਖੋ ਗੁਰੂ ਸਾਹਿਬ ਬਹੁਤ ਵੱਡੇ ਚ, ਗੁਰੂ ਛੇਵੇਂ ਪਾਤਸ਼ਾਹ ਬਹੁਤ ਵੱਡੇ ਨੇ। ਇਹੋ ਜੀਆਂ ਸ਼ਕਤੀਆਂ ਤੇ ਗੁਰੂ ਦੇ ਸਿੱਖਾਂ ਵਿੱਚ ਹੈਗੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਨਾਮ ਜਪਣ ਵਾਲੇ, ਪਿਆਰ ਕਰਨ ਵਾਲੇ, ਜਿਹੜੇ ਗੁਰੂ ਜੀ ਦਾ ਨਾਮ ਜਪਦੇ, ਜਿਹੜੇ ਗੁਰੂ ਜੀ ਦੀ ਬਾਣੀ ਪੜ੍ਹਦੇ, ਉਹਨਾਂ ਵਿੱਚ ਵੀ ਇਹੋ ਜੀਆਂ ਸ਼ਕਤੀਆਂ ਹੈਗੀਆਂ ਜੀ। ਇਹ ਸ਼ਕਤੀਆਂ ਤੇ ਨਾਮ ਦੀਆਂ ਸਾਰੀਆਂ ਜੀ। ਉਹਨਾਂ ਉੱਤੇ ਵੀ ਇਹੋ ਜੀਆਂ ਸ਼ਕਤੀਆਂ, ਉਹ ਵੀ ਕਿਸੇ ਰੋਗੀ ਵੱਲ ਵੇਖ ਹੀ ਲੈਣ ਤੋਰੇ ਰੋਗ ਦੂਰ ਕਰ ਦਿੰਦੇ ਜੀ। ਬੜੇ ਬੜੇ ਵੱਡੇ ਮਹਾਂਪੁਰਖ ਰੱਬ ਦੇ ਪਿਆਰੇ, ਉਹਨਾਂ ਦੇ ਵਿੱਚ ਇਹੋ ਜੀਆਂ ਸ਼ਕਤੀਆਂ ਵਰਤਦੀਆਂ ਨੇ ਜੀ। ਗੁਰੂ ਸਾਹਿਬ ਤਾਂ ਹੈ ਹੀ ਬੜੇ ਵੱਡੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਇਹੋ ਜੀਆਂ ਸ਼ਕਤੀਆਂ ਤੇ ਗੁਰੂ ਜੀ ਦੇ ਬਖਸ਼ੇ ਹੋਇਆਂ ਦੇ ਵਿੱਚ ਹੈਗੀਆਂ ਜੀ। ਸੱਚੇ ਪਾਤਸ਼ਾਹ ਜਿੱਥੇ ਜਿੱਥੇ ਹੱਥ ਲਾਉਂਦੇ ਰਾਏ ਜੋਧ ਦਾ, ਉੱਥੇ ਉੱਥੇ ਜ਼ਖਮ ਤੋਂ ਉਸੇ ਤਰ੍ਹਾਂ ਦਰਦ ਨਾ ਹੋਵੇ ਜੀ ਉਹਨੂੰ ਜੀ। ਹਾਂਜੀ। ਵਿਧੀ ਚੰਦ ਅਰ ਜਾਤੀ ਮਲਕ ਜੋ ਸਭ ਪਰ ਦ੍ਰਿਸ਼ਟ ਡਾਰ ਧਰ ਪੀਰ। ਤੇ ਬਾਬਾ ਵਿਧੀ ਚੰਦ ਜੀ ਨੂੰ ਜ਼ਖਮ ਹੋਏ, ਜਾਤੀ ਮਲਕ ਸਿੱਖ ਸੀ ਸੱਚੇ ਪਾਤਸ਼ਾਹ ਦਾ, ਉਹਨੂੰ ਜ਼ਖਮ ਹੋਏ ਸਨ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਸਿੱਖਾਂ ਵੱਲ ਦ੍ਰਿਸ਼ਟੀ ਪਾਈ। ਹਾਂਜੀ। ਨਹੀਂ ਸ਼ਦਨ ਕੋ ਕਸ਼ਟ ਰਹਿਓ ਕਿਸ ਕਿਤਕ ਦਿਨਨ ਮਹਿ ਸ਼ੁੱਧ ਸਰੀਰ। ਤੇ ਗੁਰਮੁਖੋ ਇਹਨਾਂ ਦੇ ਜ਼ਖਮਾਂ ਦੇ ਵੀ ਜਿਹੜੇ ਕਸ਼ਟ ਸਨ ਸਭ ਦੂਰ ਹੋ ਗਏ ਜੀ ਉਸੇ ਵੇਲੇ ਜੀ। ਗੁਰਮੁਖੋ ਚਲੋ ਠੀਕ ਹੈ, ਦਵਾਈਆਂ ਕੰਮ ਕਰਦੀਆਂ ਜੀ, ਇਹੋ ਜੀ ਗੱਲ ਨਹੀਂ ਹੈਗੀ। ਦਵਾਈ ਕੰਮ ਕਰਦੀ ਹੈ ਜੀ, ਸਮਾਂ ਪਾ ਕੇ ਦਵਾਈ ਅਸਰ ਦੇ ਦਿੰਦੀ, ਪਰ ਇਸ ਦੁਨੀਆ ਤੇ ਗੁਰੂ ਜੀ ਦੀ ਦ੍ਰਿਸ਼ਟੀ ਤੋਂ ਵੱਡੀ ਕੋਈ ਦਵਾਈ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਹੋਰ ਸੁਣੋ ਜੀ, ਆਮ ਜਿਹੜੇ ਰੋਗ ਨੇ ਦਵਾਈ ਖਾਣ ਨਾਲ ਠੀਕ ਹੋ ਜਾਂਦੇ, ਜਿਹੜੇ ਕਰਮ ਰੋਗ ਨੇ ਨਾ ਜੀ, ਉਹ ਦਵਾਈ ਖਾਦਿਆਂ ਠੀਕ ਨਹੀਂ ਹੁੰਦੇ ਜੀ। ਜਿਹੜੇ ਕਰਮ ਰੋਗ ਜੀ, ਬਾਹਰੀ ਦਵਾਈਆਂ ਖਾਦਿਆਂ ਕਰਮ ਰੋਗਾਂ ਦਾ ਇਲਾਜ ਨਹੀਂ ਹੁੰਦਾ, ਪਰ ਗੁਰੂ ਸਾਹਿਬ ਦ੍ਰਿਸ਼ਟੀ ਪਾਉਣ ਆਮ ਰੋਗ ਵੀ ਠੀਕ ਹੋ ਜਾਂਦੇ ਤੇ ਕਰਮ ਰੋਗ ਵੀ ਠੀਕ ਹੋ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਦਵਾਈ ਖਾ ਕੇ ਵੀ ਜਿਹਨੂੰ ਆਰਾਮ ਨਹੀਂ ਨਾ ਜੀ ਆ ਰਿਹਾ, ਸਮਝੋ ਕੋਈ ਕਰਮ ਰੋਗ ਹੈਗਾ ਜੀ ਉਹਦਾ ਜੀ। ਜਿਹਨੂੰ ਦਵਾਈ ਖਾ ਕੇ ਵੀ ਆਰਾਮ ਨਹੀਂ ਆ ਰਿਹਾ ਜੀ, ਉਹਨੂੰ ਕੋਈ ਕਰਮ ਰੋਗ ਹੈ। ਤੇ ਗੁਰਮੁਖੋ ਗੁਰੂ ਸਾਹਿਬ ਉਹਦੇ ਤੇ ਵੀ ਦ੍ਰਿਸ਼ਟੀ ਪਾ ਦੇਣ ਤੇ ਕਰਮ ਰੋਗ ਵੀ ਦੂਰ ਹੋ ਜਾਂਦੇ ਜੀ। ਇਸ ਦੁਨੀਆ ਵਿੱਚ ਸਭ ਤੋਂ ਵੱਡੀ ਦਵਾਈ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਹੈ ਜੀ। ਅੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਦੁੱਖ ਦੂਰ ਕਰ ਦਿੰਦੀ ਜੀ। ਤੇ ਸ਼ਬਦ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਜੀ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਗੱਜ ਕੇ ਆਖੋ ਵਾਹਿਗੁਰੂ। ਥੋੜਾ ਜਿਹਾ ਟੇਢੀ ਨਿਗਾਹ ਨਾਲ ਵੀ ਗੁਰੂ ਸਾਹਿਬ ਵੇਖਣ ਨਾ ਜੀ, ਉਹਨਾਂ ਦੇ ਵੀ ਦੁੱਖ ਦੂਰ ਹੋ ਜਾਂਦੇ ਜੀ।
ਗੁਰੂ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਵਿੱਚ ਇੰਨਾ ਅਸਰ ਹੈਗਾ ਜੀ। ਨਾਮ ਜਪਣ ਵਾਲਿਆਂ ਦੀ ਅੰਮ੍ਰਿਤਮਈ ਦ੍ਰਿਸ਼ਟੀ ਵਿੱਚ ਇੰਨਾ ਅਸਰ ਹੈਗਾ, ਦੁੱਖ ਹੀ ਨਹੀਂ ਰਹਿਣ ਦਿੰਦੇ ਕੋਈ ਜੀ। ਜਦੋਂ ਸੱਚੇ ਪਾਤਸ਼ਾਹ ਨੇ ਬਾਬਾ ਬਿਧੀ ਚੰਦ ਜੀ ਦੇ ਉੱਤੇ ਦ੍ਰਿਸ਼ਟੀ ਪਾਈ, ਭਾਈ ਜਾਤੀ ਮਲਕ ਜੀ ਦੇ ਉੱਤੇ ਦ੍ਰਿਸ਼ਟੀ ਪਾਈ, ਸਭ ਜ਼ਖਮਾਂ ਦੇ ਦਰਦ ਉੱਡ ਗਏ ਜੀ ਉਹਨਾਂ ਦੇ ਜੀ। ਸਭ ਜ਼ਖਮਾਂ ਦੇ ਇੰਨੀ ਵੱਡੀ ਜੰਗ ਲੜੀ, ਜਿਹੜੇ ਜ਼ਖਮ ਸਨ ਉਹਨਾਂ ਦੇ ਵਿੱਚ ਦਰਦ ਹੀ ਨਾ ਜੀ ਹੋਵੇ ਜੀ। ਕੁਝ ਦਿਨਾਂ ਤੱਕ ਸਰੀਰ ਵੀ ਠੀਕ ਹੋ ਗਏ ਜੀ ਉਹਨਾਂ ਦੇ। ਹਾਂਜੀ। ਖਾਨ ਪਾਨ ਕਰ ਸਭ ਬਿਸਰਾਮੇ, ਘੋਰਨ ਕੋ ਦੈ ਕਰ ਤ੍ਰਿਣ ਨੀਰ। ਤੇ ਹੁਣ ਜੰਗ ਬਹੁਤ ਵੱਡੀ ਕੀਤੀ ਸੀਗੀ ਜੀ, ਸਰੀਰ ਥੱਕੇ ਪਏ ਸਨ। ਮਹਾਰਾਜ ਨੇ ਕਿਹਾ ਭਾਈ ਸਾਰੇ ਸਿੱਖ ਆਰਾਮ ਕਰੋ, ਕਹਿਣ ਲੱਗੇ ਘੋੜਿਆਂ ਨੂੰ ਦਾਣਾ ਪੱਠਾ ਦਿਓ, ਖਾਓ ਪੀਓ ਤੇ ਆਰਾਮ ਕਰੋ ਅੱਜ ਭਾਈ। ਹਾਂਜੀ। ਸ਼ਸਤਰਨ ਡਾਰ ਕਰ ਕਾਇਰ ਆਏ, ਤਲ ਤਲਾਉ ਤੇ ਪਾਨ ਕਰੰਤ। ਕੁਝ ਬੰਦੇ ਪਿਆਸ ਕਰਕੇ ਵਿਚਾਰੇ ਵਿਕੁਲ ਸਨ ਜੀ, ਉਹ ਦੁਸ਼ਮਣਾਂ ਵਾਲੇ ਜੀ। ਉਹ ਦੁਸ਼ਮਣ ਦੇ ਬੰਦਿਆਂ ਨੇ ਆ ਕੇ ਵੀ ਸਰੋਵਰ ਤੇ ਪਾਣੀ ਪੀਤਾ ਜੀ ਫਿਰ। ਹਾਂਜੀ। ਹਸਨੇ ਖਾਨ ਦੂਤ ਸੋ ਮਿਲ ਕਰ, ਗੁਰਦਲ ਵਿਖੇ ਰਹੇ ਅਚਵੰਤ। ਤੇ ਗੱਜ ਕੇ ਆਖੋ ਵਾਹਿਗੁਰੂ। ਹਸਨ ਖਾਨ ਨੂੰ ਗੁਰੂ ਸਾਹਿਬ ਨੇ ਆਪਣੇ ਕੋਲ ਰੱਖਿਆ ਜੀ। ਹਸਨ ਖਾਨ ਨੂੰ ਨਹੀਂ ਗੁਰੂ ਛੇਵੇਂ ਪਾਤਸ਼ਾਹ ਦੂਰ ਕਰਨ ਦੇ, ਕਿਉਂ ਉਹਨੂੰ ਰਾਜਾ ਜੂ ਬਣਾਉਣਾ। ਮਹਾਰਾਜ ਨੇ ਹਸਨ ਖਾਨ ਨੂੰ ਆਖਿਆ ਤੂੰ ਵੀ ਪ੍ਰਸ਼ਾਦਾ ਛਕ ਭਾਈ। ਹਾਂਜੀ। ਸਭ ਨੇ ਪ੍ਰਸ਼ਾਦਾ ਆਨੰਦ ਨਾ ਛਕਿਆ, ਗੁਰੂ ਛੇਵੇਂ ਪਾਤਸ਼ਾਹ ਜੀ ਨੇ ਵੀ। ਹਾਂਜੀ। ਸ਼੍ਰੀ ਹਰਗੋਬਿੰਦ ਨਰ ਗਨ ਭੇਜੇ, ਜਹ ਜੇਠੇ ਕੀ ਲੋਥ ਦਿਖੰਤ। ਸੱਚੇ ਪਾਤਸ਼ਾਹ ਮਹਾਰਾਜ ਨੇ ਕੁਝ ਸਿੱਖ ਕੱਲੇ। ਮਹਾਰਾਜ ਕਹਿੰਦੇ ਜਾਓ ਭਾਈ ਜੰਗ ਦੇ ਮੈਦਾਨ ਵਿੱਚ ਜਾਓ, ਜਿੱਥੇ ਛੱਡਿਆ ਹੋਇਆ ਭਾਈ ਜੇਠਾ ਜੀ ਦਾ ਸਰੀਰ ਪਿਆ ਹੋਏਗਾ ਉਹਨੂੰ ਲੱਭ ਕੇ ਲੈ ਕੇ ਆਓ, ਕਹਿਣ ਲੱਗੇ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ। ਹੁਣ ਸਰੀਰ ਤੇ ਬਹੁਤ ਸਨ ਜੀ, ਵਿੱਚੇ ਤੁਰਕਾਂ ਦੇ ਸਰੀਰ ਪਏ ਹੀ, ਵਿੱਚੇ ਸਿੱਖਾਂ ਦੇ ਸਰੀਰ ਪਏ ਸੀ। ਜਿੱਥੇ ਭਾਈ ਜੇਠਾ ਜੀ ਦਾ ਸਰੀਰ ਪਿਆ ਹੋਏਗਾ ਉਸ ਸਰੀਰ ਨੂੰ ਚੁੱਕ ਕੇ ਲੈ ਕੇ ਆਓ, ਕਹਿਣ ਲੱਗੇ। ਹਾਂਜੀ। ਤਿਸ ਤੇ ਆਦ ਅਪਰ ਸਿੱਖ ਜੋਧਾ, ਮਰੇ ਪਰੇ ਲੜਕੇ ਬਲਵੰਤ। ਸਭ ਤੋਂ ਪਹਿਲਾਂ ਭਾਈ ਜੇਠਾ ਜੀ ਦਾ ਸਰੀਰ ਲੱਭਣਾ, ਕਹਿਣ ਲੱਗੇ। ਬਾਅਦ ਚੋਂ ਜਿੰਨੇ ਵੀ ਗੁਰੂ ਕੇ ਸਿੱਖ ਜਿਹੜੇ ਯੋਧੇ ਨੇ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਉਹਨਾਂ ਦੇ ਸਰੀਰ ਲੱਭੋ। ਸਭ ਇਕੱਠੇ ਕਰ ਦਹ ਦੇਹੋ ਤਿੰਨ, ਕਰੋ ਭਸਮ ਗਨ ਕਾਸ਼ਟ ਪਾਏ। ਤੇ ਮਹਾਰਾਜ ਕਹਿੰਦੇ ਸੁੰਦਰ ਲੱਕੜ ਲੈਣੀ, ਸੁੰਦਰ ਲੱਕੜ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੁੰਦਰ ਲੱਕੜ ਲਓ ਤੇ ਉਸ ਲੱਕੜ ਦਾ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਕੇ ਸਿੱਖਾਂ ਦੇ ਸਰੀਰ ਦੇ ਸੰਸਕਾਰ ਕਰੋ, ਕਹਿਣ ਲੱਗੇ। ਜਿੱਥੇ ਕਿ ਭਾਈ ਜੇਠਾ ਜੀ ਦਾ ਸਰੀਰ ਹੈ ਉਹ ਸਰੀਰ ਸਾਡੇ ਸਾਹਮਣੇ ਲੈ ਕੇ ਆਓ। ਗੁਰਮੁਖੋ ਗੁਰੂ ਕੇ ਸਿੱਖ ਭਾਈ ਜੇਠਾ ਜੀ ਦਾ ਸਰੀਰ ਸਾਹਮਣੇ ਲੈ ਕੇ ਆਏ। ਮਹਾਰਾਜ ਨੇ ਦੋਵੇਂ ਹੱਥ ਜੋੜ ਕੇ ਭਾਈ ਜੇਠਾ ਜੀ ਦੇ ਛੱਡੇ ਹੋਏ ਸਰੀਰ ਨੂੰ ਨਮਸਕਾਰ ਕੀਤੀ ਜੀ। ਹਾਂਜੀ। ਬੜੇ ਸਤਿਕਾਰਯੋਗ ਸਿੱਖ ਸਨ ਭਾਈ ਜੇਠਾ ਜੀ। ਇੱਕ ਵਾਰੀ ਆਪ ਜੀ ਵੀ ਸਾਰੇ ਆਖੋ ਧੰਨ ਭਾਈ ਜੇਠਾ ਜੀ। ਧੰਨ ਭਾਈ ਜੇਠਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸਰੀਰ ਨੂੰ ਵੀ ਨਮਸਕਾਰ ਕੀਤੀ ਜੀ। ਉਪਰੰਤ ਜਿੰਨੇ ਸਿੱਖ ਸਨ ਉਹਨਾਂ ਦੇ ਸਰੀਰ ਦਾ ਸੰਸਕਾਰ ਕਰਨ ਦਾ ਹੁਕਮ ਦਿੱਤਾ ਸੱਚੇ ਪਾਤਸ਼ਾਹ ਨੇ। ਹਾਂਜੀ। ਗਰਤ ਖਨੋ ਇੱਕ ਦੀਰਗਨੀ ਕੋ, ਜਿਸਮੈ ਤੁਰਕ ਭਰੇ ਸਮੁਦਾਏ। ਤੇ ਇੱਕ ਵੱਡਾ ਗੱਡਾ ਖੋਦੋ, ਕਹਿਣ ਲੱਗੇ। ਉਹਦੇ ਵਿੱਚ ਤੁਰਕਾਂ ਦੇ ਸਰੀਰ ਨੂੰ ਨੱਪਣਾ, ਕਹਿਣ ਲੱਗੇ। ਗੱਡਾ ਵੱਡਾ ਖੋਦਿਓ, ਕਹਿਣ ਲੱਗੇ। ਉਹਦਾ ਕਾਰਨ ਇਹ ਸੀ ਗੁਰਮੁਖੋ, ਕਈ ਹਜ਼ਾਰ ਸਰੀਰ ਸਨ ਤੁਰਕਾਂ ਦੇ ਜੀ, ਕਈ ਹਜ਼ਾਰ ਜੀ, ਇੱਕ ਅੱਧਾ ਨਹੀਂ ਸਰੀਰ ਜੀ, ਕਈ ਹਜ਼ਾਰ ਸਰੀਰ ਹੀਗੇ ਜੀ। ਮਹਾਰਾਜ ਕਹਿੰਦੇ ਵੱਡਾ ਗੱਡਾ ਖੋਦੋ, ਉਹਨਾਂ ਵਿੱਚ ਤੁਰਕਾਂ ਦੇ ਸਰੀਰਾਂ ਨੂੰ ਨੱਪ ਦਿਓ, ਕਹਿਣ ਲੱਗੇ। ਹਾਂਜੀ। ਸਭਨ ਉਠਾਏ ਸੰਪੂਰਨ ਕਰੀਐ, ਸ਼ਸਤਰ ਵਸਤਰ ਕੇ ਸਹਿਤ ਸੋ ਲਿਆਏ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਭਾਈ ਸਾਰਾ ਕੰਮ ਕਰਨਾ ਤੇ ਜਿਹੜੇ ਉਹਨਾਂ ਦੇ ਸ਼ਸਤਰ ਹੋਣਗੇ ਉਹ ਵੀ ਵਿੱਚ ਹੀ ਨੱਪ ਦੇਣੇ, ਕਹਿਣ ਲੱਗੇ। ਜਿਹੜੇ ਤੁਰਕ ਨੇ ਉਹਨਾਂ ਦਾ ਇੱਕ ਵੀ ਵਸਤੂ ਆਪਣੇ ਕੋਲ ਨਹੀਂ ਰੱਖਣੀ ਤੁਸੀਂ। ਹਾਂਜੀ। ਵੀਰ ਪੰਚ ਉਮਰਾਵ ਸੰਘਾਰੇ, ਤਿੰਨ ਕੋ ਉਪਰ ਧਨੋ ਬਣਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਜਿਹੜੇ ਵੀਰ ਨੇ ਉਹਨਾਂ ਦੇ ਵੱਡੇ, ਇੱਕ ਲੱਲਾ ਬੇਗ, ਕਾਸਮ ਬੇਗ, ਸ਼ਮਸ ਬੇਰ, ਕੰਬਰ ਬੇਗ, ਇਹ ਪੰਜ ਵੀਰ ਜਿਹੜੇ ਮੁੱਖ ਸਨ। ਮਹਾਰਾਜ ਕਹਿੰਦੇ ਇਹਨਾਂ ਦੇ ਸਰੀਰ ਉੱਤੇ ਰੱਖਣੇ, ਕਹਿਣ ਲੱਗੇ। ਅੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਤੇ ਕਦਰ ਪਾਉਣੀ ਹੈ, ਭਾਵੇਂ ਮਰ ਵੀ ਗਏ ਜੀ, ਹੈਗੇ ਤੇ ਜੋਧੇ ਹੀ ਸਮਝੀਏ ਵੀ। ਹਾਂਜੀ। ਮਹਾਰਾਜ ਨੇ ਕਦਰ ਪਾਈ।
ਕਹਿਣ ਲੱਗੇ ਇਹਨਾਂ ਦੇ ਸਰੀਰ ਉੱਤੇ ਰੱਖਣੇ ਨੇ। ਹਾਂਜੀ। ਤਿਸ ਪਰ ਅਧਿਕ ਮਿਰਤਕਾ ਡਾਰੋ ਕਰੋ ਅਸੰਡਲ ਕਿਤਕ ਉਤੰਗ। ਉਹਨਾਂ ਦੇ ਸਰੀਰ ਉੱਤੇ ਕਹਿਣ ਲੱਗੇ ਮਿੱਟੀ ਪਾ ਦਿਓ, ਐ ਬੈਠਣ ਨੂੰ ਐ ਵਧੀਆ ਥਾਂ ਬਣਾ ਦਿਓ, ਕਹਿਣ ਲੱਗੇ ਉੱਥੇ। ਹਾਂਜੀ। ਇੱਕ ਸਮ ਬੈਠਣ ਹੇਤ ਬਣਾਵੋ ਬਿਲਮ ਨਾ ਕਰੋ ਸ਼ੀਘਰਤਾ ਸੰਗ। ਮਹਾਰਾਜ ਕਹਿੰਦੇ ਦੇਰੀ ਨਾ ਲਾਓ, ਇਹਨਾਂ ਸਰੀਰਾਂ ਦੀ ਬਦਬੂ ਬਹੁਤ ਆਏਗੀ, ਇਸ ਕਰਕੇ ਛੇਤੀ ਤੋਂ ਛੇਤੀ ਇਹਨਾਂ ਦੇ ਜਿਹੜੇ ਸਰੀਰ ਨੇ ਉਹ ਨੱਪ ਦਿਓ ਧਰਤੀ ਵਿੱਚ, ਕਹਿਣ ਲੱਗੇ। ਹਾਂਜੀ। ਸੁਨ ਕਰ ਨਰਗਨ ਗੁਰੂ ਹੁਕਮ ਕੋ ਜਾਏ ਚਿਨਾਰ ਕੀਨ ਭਟ ਅੰਗ। ਗੁਰੂ ਕੇ ਸਿੱਖਾਂ ਨੇ ਹੁਕਮ ਮੰਨ ਕੇ ਇੱਕ ਬੰਨੇ ਉਹ ਤੁਰਕਾਂ ਦੇ ਸਰੀਰ ਕਰੀ ਗਏ, ਇੱਕ ਬੰਨੇ ਸਿੱਖਾਂ ਦੇ ਸਰੀਰ ਕਰੀ ਗਏ ਜੀ। ਹਾਂਜੀ। ਜੇਠੇ ਆਦਿਕ ਲੈ ਸਭ ਦਾਹੇ ਜੋ ਰਣ ਖੇਤ ਗਿਰੇ ਤਨ ਭੰਗ। ਤੇ ਗੱਜ ਕੇ ਆਖੋ ਵਾਹਿਗੁਰੂ। ਧੰਨ ਭਾਈ ਜੇਠਾ ਜੀ ਗੁਰਮੁਖੋ, ਜਿਨ੍ਹਾਂ ਆਪਣਾ ਸਰੀਰ ਹੀ ਲੇਖੇ ਲਾ ਦਿੱਤਾ। 1200 ਨਾਲ ਸਿੱਖ ਜਿਨ੍ਹਾਂ ਨੇ ਆਪਣੇ ਸਰੀਰ ਲੇਖੇ ਲਾਏ, 1200 ਦੇ 1200 ਸਿੱਖਾਂ ਦੇ ਸਰੀਰ ਇੱਕ ਬੰਨੇ ਕਰ ਦਿੱਤੇ ਗਏ ਜੀ। ਕਈ ਇਹ ਵੀ ਕਹਿ ਦਿੰਦੇ ਵੀ ਵਿੱਚੇ ਰਲ ਗਏ ਜੀ। ਉਹ ਹੋ ਸਕਦਾ ਕਰਤਾਰਪੁਰ ਸਾਹਿਬ ਦੀ ਜੰਗ 'ਚ ਐਸਾ ਹੋਇਆ ਹੋਵੇ, ਇਸ ਜੰਗ ਵਿੱਚ ਐਸੀ ਕੋਈ ਗੱਲ ਵੀ ਨਹੀਂ ਦੀ ਹੈਗੀ ਜੀ। ਹਾਂਜੀ। 1200 ਸਰੀਰ ਇੱਕ ਪਾਸੇ ਜੀ, ਤੁਰਕਾਂ ਦੇ ਸਰੀਰ ਇੱਕ ਪਾਸੇ ਕਰਤੇ। ਹਾਂਜੀ। ਨਾਰਗਨ ਲੱਗੇ ਗਰਤ ਕੋ ਖੋਦਨ ਜੇਤਕ ਤੁਰਕ ਬਚੇ ਸਮੁਦਾਏ। ਗੁਰੂ ਕੇ ਸਿੱਖਾਂ ਦਾ ਸੰਸਕਾਰ ਕੀਤਾ ਗਿਆ, ਸੋਹਣਾ ਥੜਾ ਤਿਆਰ ਕਰ ਦਿੱਤਾ ਗਿਆ। ਤੇ ਗੁਰਮੁਖੋ ਇੱਧਰ ਸੁਣੋ, ਦੂਜੇ ਪਾਸੇ ਜਿੰਨੇ ਵੀ ਮਨੁੱਖ ਸਨ ਤੁਰਕ, ਉਹਨਾਂ ਦੇ ਸਰੀਰ ਨੱਪਣ ਵਾਸਤੇ ਕਈ ਆਸਿਓਂ ਪਾਸਿਓਂ ਲੋਕ ਆਏ ਗੱਡਾ ਖੋਦਣ ਵਾਸਤੇ ਜੀ। ਹਾਂਜੀ। ਤਿੰਨ ਸਭ ਹਿਨਕੋ ਕਹਿਓ ਮਿਰਤਕ ਜੇ ਸ਼ਸਤਰ ਵਸਤਰ ਕੇ ਸਹਿਤ ਸੋ ਲਿਆਏ। ਹਾਂਜੀ। ਅੰਗੀਕਾਰ ਨਾ ਕਰੋ ਵਸਤ ਕਸ਼ ਸਭ ਹੀ ਪਾਏ ਦੇਹ ਇਸ ਥਾਏ। ਇੱਕ ਗੱਲ ਗੁਰੂ ਜੀ ਨੇ ਬੜੀ ਵੱਡੀ ਆਖੀ ਜੀ, ਔਰ ਉਸ ਗੱਲ ਨੂੰ ਸਮਝਣਾ ਪਏਗਾ। ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਗੁਰੂ ਸਾਹਿਬ ਨੇ ਦੂਜੀ ਵਾਰੀ ਇਹ ਗੱਲ ਆਖੀ। ਮਹਾਰਾਜ ਕਹਿੰਦੇ ਭਾਈ ਚੇਤਾ ਰੱਖਿਓ, ਉਹਨਾਂ ਸੂਰਮਿਆਂ ਦੇ, ਉਹਨਾਂ ਤੁਰਕਾਂ ਦੇ ਕੱਪੜੇ ਵੀ ਬੜੇ ਕੀਮਤੀ ਹੋਣਗੇ। ਕਿਸੇ ਨੇ ਵੀ ਉਹਨਾਂ ਦੇ ਬਸਤਰ ਨਹੀਂ ਲਾਉਣੇ, ਕਹਿਣ ਲੱਗੇ ਸਮੇਤ ਬਸਤਰਾਂ ਪਾ ਦਿਓ। ਹਾਂਜੀ। ਤੇ ਉਹਨਾਂ ਦੇ ਸ਼ਸਤਰ ਵੀ ਬੜੇ ਕੀਮਤੀ ਹੋਣਗੇ, ਉਹਨਾਂ ਦੇ ਸ਼ਸਤਰ ਵੀ ਨਹੀਂ ਰੱਖਣੇ, ਸ਼ਸਤਰ ਵੀ ਨੱਪ ਦਿਓ ਉਹਨਾਂ ਦੇ ਜੀ। ਕਾਰਨ ਪਤਾ ਕੀ ਹੈ? ਕਿਸੇ ਵੀ ਮਨੁੱਖ ਦੀ ਵਸਤੂ ਹੈ, ਉਹਦੇ ਵਿੱਚ ਉਹਦੀਆਂ ਵਾਈਬ੍ਰੇਸ਼ਨ ਹੁੰਦੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਬੰਦੇ ਦਾ ਜਿਹੜਾ ਮਨ ਹੈ ਨਾ ਜੀ, ਇਹ ਬੜਾ ਹੀ ਚੰਚਲ ਹੈਗਾ। ਬੇਈਮਾਨ ਨਾ ਹੋਵੇ ਤੇ ਲੱਖਾਂ ਤੇ ਨਾ ਹੋਵੇ ਜੀ। ਹਾਂਜੀ। ਤੇ ਜੇ ਬੇਈਮਾਨ ਹੋਣ ਲੱਗੇ ਤਾਂ 1 ਰੁਪਈਏ ਤੇ ਵੀ ਹੋ ਜੇ ਜੀ। ਮਹਾਰਾਜ ਨੇ ਬਾਰ-ਬਾਰ ਇਹ ਗੱਲ ਆਖੀ। ਇਹਦਾ ਮਤਲਬ ਵਿੱਚ ਕੁਝ ਬੰਦੇ ਐਸੇ ਸਨ। ਗੱਜ ਕੇ ਆਖੋ ਵਾਹਿਗੁਰੂ। ਅੱਜ ਵੀ ਸੰਗਤ ਵਿੱਚ ਐਸੇ ਹਨ, ਕਈ ਪ੍ਰਕਾਰ ਦੇ ਨੇ। ਮਹਾਰਾਜ ਨੇ ਬਾਰ-ਬਾਰ ਆਖਿਆ, ਨਾ ਉਹਨਾਂ ਦੇ ਸ਼ਸਤਰ ਹੀ ਰੱਖਿਓ ਕੋਲ, ਨਾ ਉਹਨਾਂ ਦੇ ਬਸਤਰ ਰੱਖਿਓ, ਸਾਰਾ ਕੁਝ ਹੀ ਨੱਪ ਦਿਓ, ਕਹਿਣ ਲੱਗੇ। ਹਾਂਜੀ। ਸੁਨ ਕਰ ਲੱਗੇ ਕਰਨ ਤਿਦ ਬੈਸੀ ਜਾਏ ਖੇਤ ਤੇ ਲਿਆਓ ਉਚਾਏ। ਗੁਰਮੁਖੋ, ਉਸੇ ਤਰ੍ਹਾਂ ਹੀ ਵੱਡਾ ਕੋਈ ਟੋਆ ਪੁੱਟਣ ਲੱਗ ਪਿਆ, ਕੋਈ ਲਾਸ਼ ਚੁੱਕਣ ਲੱਗ ਪਿਆ। ਹਾਂਜੀ। ਮਰੇ ਤੁਰਕ ਜੇ ਲਰੇ ਲਰੇ ਰਰ ਸਭਨ ਉਠਾਏ ਗਰਤ ਦੇ ਪਾਏ। ਤੇ ਗੁਰਮੁਖੋ, ਜਿੰਨੇ ਤੁਰਕ ਮਰੇ ਸਨ ਸਾਰਿਆਂ ਨੂੰ ਵੱਡੇ ਗੱਡਾ ਖੋਦ ਕੇ ਉਹਨਾਂ ਵਿੱਚ ਉਹਨਾਂ ਦਾ ਸਰੀਰ ਪਾਇਆ ਗਿਆ ਜੀ। ਫਿਰ ਜੀ ਤੇ ਤਕਰੀਬਨ ਲਗਭਗ 34,000 ਤੇ ਹੋਏਗਾ ਜੀ ਜਿਹੜਾ ਮਰ ਚੁੱਕਾ ਸੀਗਾ ਜੀ। ਕਿ ਆਖੋ ਵਾਹਿਗੁਰੂ। ਮੰਨ ਲਓ ਵੀ 1000 ਬੰਦਾ ਵੀ ਇਹਨਾਂ ਦਾ ਉਹ ਭੱਜ ਗਿਆ ਜਾਂ ਬਚ ਗਿਆ ਜੀ, ਪਰ ਬਹੁਤੀ ਫੌਜ ਤਬਾਹ ਹੋ ਚੁੱਕੀ ਸੀਗੀ ਜੀ। ਲਗਭਗ ਇਹਨਾਂ ਸਰੀਰ ਗੱਡੇ ਵਿੱਚ ਪਾਉਣਾ ਹੁਣ ਸਮਾਂ ਤੇ ਲੱਗਣਾ ਸੀਗਾ ਜੀ। ਕਈ ਮਨੁੱਖ ਲੱਗੇ ਜੀ, ਆਸੇ ਪਾਸੇ ਪਿੰਡਾਂ ਤੋਂ ਆ ਗਏ ਜੀ। ਪਹਿਲਾਂ ਤੇ ਵੱਡਾ ਗੱਡਾ ਖੋਦਿਆ ਜੀ ਇੱਕ ਜੀ ਉਹਨਾਂ। ਹਾਂਜੀ। ਫਿਰ ਕਰਦਿਆਂ ਸਰੀਰ ਸੁੱਟੇ ਦੀ ਉਹਨਾਂ ਵਿੱਚ। ਹਾਂਜੀ। ਇੱਕ ਮਹਾਰਾਜ ਕੋ ਸਿੱਖ ਹੁਤੋ ਵਿੱਚ ਕੰਬਰ ਬੇਗ ਲੋਥ ਕੋ ਦੇਖ। ਗੁਰਮੁਖੋ, ਉਹਨਾਂ ਜਦੋਂ ਲਾਸ਼ਾਂ ਚੁੱਕ ਰਹੇ ਸਨ, ਉਹਨਾਂ ਦੀ ਲਾਸ਼ ਵਿੱਚ ਇੱਕ ਲਾਸ਼ ਪਈ ਸੀ ਕੰਬਰ ਬੇਗ ਦੀ। ਗੱਜ ਕੇ ਆਖੋ ਵਾਹਿਗੁਰੂ। ਬੜਾ ਵੱਡਾ ਸੂਰਮਾ ਸੀ ਇਹ ਜੀ। ਉਹਦੀ ਲਾਸ਼ ਪਈ ਸੀ। ਉਹਦੀ ਲਾਸ਼ ਨੂੰ ਮਹਾਰਾਜ ਕਿਆਂ ਦੇ ਇੱਕ ਸਿੱਖ ਨੇ ਵੇਖ ਲਿਆ ਜੀ। ਹਾਂਜੀ। ਮੁਸ਼ਟ ਗਹੀ ਤਰਵਾਰ ਨਗਨ ਕੀ
जिसकी कीमत हुती विशेष। ਉਹਦੀ ਲਾਸ਼ ਦੇ ਮਰੇ ਹੋਏ ਨੇ, ਤਲਵਾਰ ਫੜੀ ਹੋਈ ਸੀ ਜੀ ਕੰਬਰ ਬੇਗ ਨੇ, ਮਰੇ ਹੋਏ ਨੇ ਜੀ। ਤੇ ਉਹ ਜਿਹੜੀ ਤਲਵਾਰ ਫੜੀ ਸੀ ਨਾ ਜੀ, ਉਸ ਤਲਵਾਰ ਦੀ ਜਿਹੜੀ ਹੱਥੀ ਸੀ, ਜਿਹਨੂੰ ਅਸੀਂ ਮੁੱਠ ਕਹਿੰਦੇ ਆ ਜੀ, ਹੱਥੀ ਉਹ ਸੋਨੇ ਦੀ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਸੋਨੇ ਦੀ ਹੀ ਤੇ ਜੜੀ ਹੋਈ ਸੀ। ਹੁਣ ਵੀ ਇਹੋ ਜਿਹੇ ਸਿੱਖ ਨੇ ਜੀ, ਬੜੇ ਕੀਮਤੀ ਸ਼ਸਤਰ ਉਹਨਾਂ ਨੇ ਰੱਖੇ ਜੀ, ਚਾਂਦੀ ਸੋਨੇ ਦੇ ਮਿਆਨ ਹੀ ਲਾਏ ਜੀ ਉਹਨਾਂ ਨੇ ਉੱਤੇ ਜੀ। ਉਹਦੀ ਮੁੱਠ ਸੋਨੇ ਦੀ ਸੀਗੀ ਜੀ ਤਲਵਾਰ ਦੀ। ਹਾਂਜੀ। खर फुलाद की घरी वलायत बहुत सुंदर को तिसने ਤੇ पेट। ਤਲਵਾਰ ਦਾ ਜਿਹੜਾ ਉੱਪਰਲਾ ਲੋਹਾ ਸੀਗਾ ਉਹ ਫੁਲਾਦੀ ਸੀਗਾ ਜੀ। ਬਹੁਤ ਵਧੀਆ ਤਲਵਾਰ ਸੀਗੀ ਜੀ ਉਹਦੀ, ਬਹੁਤ ਵਧੀਆ। ਹਾਂਜੀ। सो लेकर किस थान दुराई जिस थल ते कोई ना सके परेख। ਤੇ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਬਸ ਉਸ ਸਿੱਖ ਦਾ ਮਨ ਜਿਹੜਾ ਨਾ ਜੀ, ਉਹ ਤਲਵਾਰ ਉੱਤੇ ਆ ਗਿਆ ਜੀ, ਤਲਵਾਰ ਤੇ ਆ ਗਿਆ। ਵੇਖੋ ਗੁਰੂ ਸਾਹਿਬ ਨੇ 2 ਵਾਰ ਬਚਨ ਕੀਤਾ ਜੀ। ਕੋਈ ਨਾ ਕੋਈ ਕਾਰਨ ਤੇ ਹੋਏਗਾ ਨਾ। ਮਹਾਰਾਜ ਕੋਈ ਵੀ ਬਚਨ ਬੋਲ ਰਹੇ, ਅਰਥ ਤੋਂ ਹੀਣਾ ਤੋਂ ਹੀ ਨਹੀਂ ਸਕਦਾ ਉਹ ਬਚਨ। ਮਹਾਰਾਜ ਬਾਰ-ਬਾਰ ਕਹਿ ਰਹੇ ਸਨ ਵੀ ਨਾ ਬਸਤਰ ਹੀ ਲੈਣੇ ਤੇ ਨਾ ਸ਼ਸਤਰ ਹੀ ਲੈਣੇ ਉਹਨਾਂ ਦੇ ਜੀ। ਹਾਂਜੀ। ਉਸ ਸਿੱਖ ਨੇ ਜਾਣ ਕੇ ਉਹਦੇ ਕੋ ਬਚਨ ਨਹੀਂ ਕਮਾਇਆ ਗਿਆ ਜੀ, ਬਚਨ ਨਹੀਂ ਕਮਾਇਆ ਗਿਆ, ਸੋਨੇ ਦਾ ਲੋਭ ਆ ਗਿਆ ਜੀ। ਉਹਨੇ ਤਲਵਾਰ ਲੁਕਾ ਲਈ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਮੈਂ ਪੁਰਾਣੇ ਬਜ਼ੁਰਗਾਂ ਕੋਲੋਂ ਇੱਕ ਗੱਲ ਸੁਣ ਰਿਹਾ ਸਾਂ। ਜਦੋਂ 84 ਵਿੱਚ ਦਰਬਾਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਸ਼ਹੀਦ ਹੋਈਆਂ ਨਾ ਜੀ, ਬਹੁਤ ਸਾਰੀਆਂ ਸੰਗਤਾਂ, ਤੇ ਉਹਨਾਂ ਵਿੱਚੋਂ ਹੁਣ ਜਿੰਨਿਆਂ ਦੇ ਸਰੀਰ ਤਿਆਗੇ ਸਨ, ਉਹਨਾਂ ਨੇ ਫੌਜ ਨੇ ਆਖਿਆ ਕੁਝ ਬੰਦਿਆਂ ਨੂੰ ਵੀ ਇਹਨਾਂ ਦੇ ਸਰੀਰ ਚੁੱਕੋ ਤੇ ਬਾਹਰ ਸੁੱਟੋ ਜੀ। ਹਾਂਜੀ। ਤੇ ਦੱਸਦੇ ਉਹਨਾਂ ਦੇ ਬਟੂਏ ਵੀ ਸਨ ਜਿਹੜੇ ਸਰੀਰ ਮ੍ਰਿਤਕ ਸਨ ਜੀ, ਤੇ ਉਹਨਾਂ ਦੇ ਬਟੂਆਂ ਵਿੱਚ ਪੈਸੇ ਵੀ ਹੈਗੇ ਸੀਗੇ ਜੀ। ਉਹ ਬੰਦੇ ਜਿਨ੍ਹਾਂ ਲਾਸ਼ਾਂ ਸੁੱਟੀਆਂ ਉਹ ਬੜੇ ਅਮੀਰ ਹੋ ਗਏ ਜੀ ਫਿਰ ਜੀ, ਪਰ ਸੁੱਖ ਨਹੀਂ ਪਾਏ ਜੀ ਉਹਨਾਂ ਨੇ। ਫਿਰ ਸੰਗਤ ਵਿੱਚ ਬੜੇ ਤਰ੍ਹਾਂ ਦੇ ਪ੍ਰੇਮੀ, ਕਿਸੇ ਨੇ ਕੋਈ ਸੋਨੇ ਦਾ ਗਹਿਣਾ ਪਾਇਆ, ਕਿਸੇ ਨੇ ਕੁਛ ਕੀਤਾ ਜੀ। ਉਹਨਾਂ ਸਾਰਾ ਕੁਝ ਲਾ ਲਿਆ ਜੀ, ਆਪਣੇ ਵੱਡੇ ਵੱਡੇ ਘਰ ਬਣਾ ਲਏ ਜੀ, ਪਰ ਉਹ ਬੰਦਿਆਂ ਨੂੰ ਸੁੱਖ ਨਹੀਂ ਲੱਭਿਆ ਜੀ ਫਿਰ ਉਹਨਾਂ ਚੋਂ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਜਿਹੜਾ ਇਸ ਤਰੀਕੇ ਦੇ ਨਾਲ ਵਸਤੂ ਲੈਣੀ ਜੀ, ਉਹਦੇ ਤੋਂ ਸੁੱਖ ਥੋੜੀ ਨਿਕਲਣਾ ਜੀ। ਹਾਂਜੀ। ਵਸਤੂ ਕੋਈ ਇੱਛਾ ਸਹਿਤ ਵੀ ਦਵੇ ਤਾਂ ਵੀ ਥੋੜੇ ਜਿਹੇ ਧਿਆਨ ਨਾਲ ਲੈਣੀ ਚਾਹੀਦੀ ਜੀ। ਹੁਣ ਸੁਣੋ ਅੱਗੋਂ, ਉਹਦੇ ਅੰਦਰ ਲੋਭ ਆ ਗਿਆ ਜੀ। ਲੋਭ ਵਕਾਰ ਜਿੰਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਜਦੋਂ ਲੋਭ ਆਵੇ ਨਾ, ਲੋਭ, ਚੰਗੇ ਚੰਗੇ ਬੰਦੇ ਡੋਲ ਜਾਂਦੇ ਜੀ ਉੱਥੇ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਅਰਦਾਸ ਹੀ ਕਰਿਆ ਕਰੋ। ਹੁਣ ਕਹਿਣ ਤੇ ਡਿਆ ਜੀ, ਸੱਚ ਹੈਗਾ, ਭਰੋਸਾ ਆਪਣੇ ਇਸ ਪੁਤਲੇ ਦਾ ਕੋਈ ਨਹੀਂ ਜੀ ਹੈਗਾ ਜੀ। ਕਿਸੇ ਵੇਲੇ ਵੀ ਬੰਦਾ ਲੋਭ ਵਿੱਚ ਆ ਸਕਦਾ ਜੀ, ਚੰਗੇ ਚੰਗੇ ਆ ਕੇ ਜੀ। ਇਸ ਕਰਕੇ ਇਹੋ ਜੀ ਚੀਜ਼ ਤੋਂ ਬੰਦਾ ਅਰਦਾਸ ਨਾਲ ਬਚ ਸਕਦਾ ਜੀ। ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਬਚਾਵੋ। ਹਾਂਜੀ। ਉਸ ਸਿੱਖ ਨੇ ਤਲਵਾਰ ਫੜੀ ਤੇ ਲੁਕਾ ਲਈ ਜੀ ਇੱਕ ਪਾਸੇ ਜੀ। ਹਾਂਜੀ। ਗੁਰ ਭੈ ਧਾਰ ਛਪਾਵਨ ਕੀਨਸ, ਮਹਾ ਲੋਭ ਔਰ ਪਿਖ ਤਰਵਾਰ। ਤਲਵਾਰ ਦਾ ਲੋਭ ਆ ਗਿਆ, ਸੋਨੇ ਦਾ ਲੋਭ ਆ ਗਿਆ, ਤੇ ਗੁਰਮੁਖੋ ਉਹਨੇ ਇੱਕ ਪਾਸੇ ਲੁਕਾ ਲਈ ਵੀ ਕੋਈ ਵੇਖ ਨਾ ਸਕੇ ਉਸ ਤਲਵਾਰ ਨੂੰ। ਹਾਂਜੀ। ਅਪਰ ਨਾ ਕਿਨਹੂ ਤਹਿ ਕੁਛ ਲੀਨਸ, ਪਾਏ ਗਰਤ ਮਹਿ ਕਈ ਹਜ਼ਾਰ। ਬਾਕੀ ਕਿਸੇ ਵੀ ਸਿੱਖ ਨੇ ਕੋਈ ਵੀ ਵਸਤੂ ਨਹੀਂ ਲਈ ਜੀ। ਜਿਹੜੇ ਉਹਨਾਂ ਦੇ ਕੱਪੜੇ ਸਨ, ਕੀਮਤੀ ਸ਼ਸਤਰ ਸਨ, ਕੋਈ ਵੀ ਵਸਤੂ ਨਹੀਂ ਲਈ। ਬਾਕੀ ਸਾਰਿਆਂ ਨੇ ਲਾਸ਼ਾਂ ਚੁੱਕੀਆਂ ਤੇ ਸੁੱਟ ਦਿੱਤੀਆਂ ਜੀ। ਹਾਂਜੀ। ਮਿਰਤਕਾ ਪਾਏ ਮਿਰਤਕ ਗਨ ਉੱਪਰ, ਕਰਿਓ ਸਥੰਡਲ ਤੁੰਗ ਸੁਧਾਰ। ਤੇ ਗੁਰਮੁਖੋ ਉਥੇ ਫਿਰ ਮਿਰਤਕਾ ਪਾਤੀ, ਉੱਤੇ ਮਿੱਟੀ ਪਾ ਦਿੱਤੀ, ਸੋਹਣੀ ਥਾਂ ਬਣ ਗਈ ਜੀ। ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹ ਥਾਂ ਵੀ ਵਿਖਾਈ ਗਈ ਸੀ। ਮਹਾਰਾਜ ਉਹ ਥਾਂ ਤਿਆਰ ਹੋ ਗਈ ਹੈ। ਹਾਂਜੀ। ਸ਼੍ਰੀ ਹਰਗੋਬਿੰਦ ਸੌਚ ਕਰੀ ਸਭ, ਪੁਨ ਇਸ਼ਨਾਨ ਕਰ ਬਸਤਰ ਸਜਾਏ। ਸੱਚੇ ਪਾਤਸ਼ਾਹ ਮਹਾਰਾਜ ਸੌਚ ਇਸ਼ਨਾਨ ਕਰਕੇ
ਕਿਉਂ ਜੰਗ ਵਿੱਚ ਘੱਟਾ ਮਿੱਟੀ ਲੱਗ ਜਾਂਦਾ ਜੀ। ਸੋਚ ਇਸ਼ਨਾਨ ਕਰਕੇ ਨਵੇਂ ਬਸਤਰ ਪਾ ਕੇ ਉਸ ਥਾਂ ਤੇ ਆ ਗਏ ਜੀ ਜਿੱਥੇ ਤਿਆਰੀ ਹੋਈ ਸੀ ਹੁਣ ਸਾਰੀ। ਹਾਂਜੀ। ਦਵੈ ਘਟਕਾ ਦਿਨ ਰਹਿਓ ਤਬ ਲਗ ਗਮਨੇ ਸੰਗ ਜੋਧ ਬੁਲਵਾਏ। ਤੇ ਦਿਨ ਢਲਣ ਵਿੱਚ 2 ਘੜੀਆਂ ਰਹਿ ਗਈਆਂ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਏ ਜੋਧ ਨੂੰ ਆਪਣੇ ਪਾਸ ਬੁਲਾਇਆ। ਹਾਂਜੀ। ਬਜੀ ਜੀਤ ਕੀ ਬੰਬ ਵਿਸਾਲੀ ਭਏ ਸਾਥ ਸਿੱਖ ਭਟ ਸਮੁਦਾਏ। ਤੇ ਗੁਰਮੁਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਹੁਣ ਖੁਸ਼ੀ ਵਿੱਚ ਕੀਰਤਨ ਕਰੋ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਜਿੱਤ ਦੀ ਖੁਸ਼ੀ ਵਿੱਚ ਕੀਰਤਨ ਕਰੋ ਹੁਣ ਭਾਈ। ਹਾਂਜੀ। ਬੈਠੇ ਸਤਿਗੁਰ ਸਭਾ ਲਗਾਏਵ ਗਾਵਨ ਲੱਗੇ ਰਬਾਬੀ ਆਏ। ਤੇ ਗੁਰੂ ਕੇ ਸਿੱਖ ਰਬਾਬੀ ਸਿੱਖ ਆਏ। ਉਹਨਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੁਸ਼ੀਆਂ ਵਾਲਾ ਕੀਰਤਨ ਕੀਤਾ, ਜਿੱਤ ਵਾਲਾ ਕੀਰਤਨ ਕੀਤਾ। ਹਾਂਜੀ। ਸਗਲ ਮੁਦਿਤ ਮਨ ਧਨ ਧਨ ਭਨ ਕਰਾਂ ਜੰਗ ਬਤਾਵਨ ਮੁਸਕਾਏ। ਤੇ ਗੁਰਮੁਖੋ ਸਾਰੇ ਖੁਸ਼। ਗੁਰੂ ਕੇ ਸਿੱਖ ਬਾਰ ਬਾਰ ਇੱਕੋ ਗੱਲ ਕਹਿ ਰਹੇ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਇੰਨੀ ਵੱਡੀ ਜੰਗ, ਇੰਨੇ ਵੱਡੇ ਤੁਰਕਾਂ ਨੂੰ ਨਾਸ਼ ਕਰ ਦਿੱਤਾ ਗੁਰੂ ਜੀ ਨੇ। ਹਾਂਜੀ। ਸਭਨ ਸੁਨਾਏ ਗੁਰੂ ਹਰਗੋਬਿੰਦ ਸਿੱਖ ਮਹਾਰਾਜ ਕੋ ਨਿਕਟ ਬੁਲਾਏ। ਉਧਰੋਂ ਉਹ ਜਿਹਨੇ ਤਲਵਾਰ ਲਗਾਈ ਸੀ ਨਾ ਜੀ, ਉਹ ਇੱਕ ਥਾਂ ਬੈਠਾ ਸੀ। ਮਹਾਰਾਜ ਕਹਿੰਦੇ ਉਹਨੂੰ ਕਹੋ ਅੱਗੇ ਆਵੇ। ਉਹ ਅੱਗੇ ਆ ਗਿਆ ਜੀ। ਗੁਰਮੁਖੋ ਬਾਹਰ ਬੰਦਾ ਜੋ ਮਰਜ਼ੀ ਕਰ ਆਵੇ, ਗੁਰੂ ਅੱਗੇ ਨਹੀਂ ਪੜਦਾ ਪੈ ਸਕਦਾ ਜੀ। ਅੱਜ ਕੇ ਆਖੋ ਵਾਹਿਗੁਰੂ। ਇਹ ਤੇ ਅੰਤਰਜਾਮੀ ਨੇ, ਇਹ ਤੇ ਦਿਲਾਂ ਦੀਆਂ ਜਾਣਨ ਵਾਲੇ ਨੇ। ਮਹਾਰਾਜ ਕਹਿੰਦੇ ਆ ਭਾਈ ਅੱਗੇ ਆ। ਉਹ ਅੱਗੇ ਆ ਗਿਆ ਸਾਹਮਣੇ। ਹਾਂਜੀ। ਕਹਿਓ ਤੈਂ ਜੋ ਤਲਵਾਰ ਦੁਰਾਈ ਲੈ ਆਵੋ ਅਬ ਦੇਹੋ ਗਡਾਏ। ਗੁਰਮੁਖੋ ਇੱਕ ਗੱਲ ਧਿਆਨ ਨਾਲ ਆਪਾਂ ਸਾਰੇ ਸਮਝ ਗਏ, ਬਹੁਤ ਦੂਰ ਤੱਕ ਗੱਲ ਜਾ ਰਹੀ ਹੈ। ਅਸੀਂ ਕੋਈ ਵੀ ਚੀਜ਼ ਲੁਕਾ ਲਈਏ, ਮਤ ਸਮਝ ਗਏ ਵੀ ਉਹ ਸਾਨੂੰ ਪਤਾ ਤੇ ਕਿਸੇ ਹੋਰ ਨੂੰ ਪਤਾ ਨਹੀਂ ਹੈਗੀ ਜੀ। ਹਾਂਜੀ। ਕੋਈ ਵੀ ਵਸਤੂ ਲੁਕਾ ਰਹੇ ਆ ਤੇ 2 ਬੰਦਿਆਂ ਨੂੰ ਪਤਾ ਲੱਗ ਰਹੀ, ਇੱਕ ਸਾਨੂੰ ਪਤਾ ਜੀ, ਇੱਕ ਪਰਮੇਸ਼ਰ ਨੂੰ ਪਤਾ ਜੀ। ਭਾਵ ਗੁਰੂ ਜੀ ਨੂੰ ਪਤਾ ਲੱਗ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਕਿਸੇ ਸਾਧੂ ਨੇ ਆਪਣੇ ਸ਼ਾਗਿਰਦਾਂ ਦੀ ਵੇਖਣੀ ਹੀ ਵੀ ਅਵਸਥਾ ਕਿੱਥੋਂ ਤੱਕ ਪਹੁੰਚ ਗਈ। ਉਹਨਾਂ ਨੇ ਜੀ ਜਾਣ ਕੇ ਕਬੂਤਰ ਦੇ ਦਿੱਤੇ ਜੀ ਦੋਹਾਂ ਨੂੰ ਜੀ। ਇੱਕ ਨੂੰ ਆਖਿਆ ਜਾ ਉੱਥੇ ਮਾਰੀ ਜਿੱਥੇ ਤੈਨੂੰ ਕੋਈ ਨਾ ਵੇਖੇ। ਦੂਜੇ ਨੂੰ ਵੀ ਦੇਤਾ, ਕਹਿਣ ਲੱਗੇ ਜਾ ਇਹਨੂੰ ਉੱਥੇ ਮਾਰੀ ਜਿੱਥੇ ਤੈਨੂੰ ਕੋਈ ਵੇਖਦਾ ਨਾ ਹੋਵੇ। ਤੇ ਗੁਰਮੁਖੋ ਦੋਵੇਂ ਗਏ, ਇੱਕ ਗੁਫਾ 'ਚ ਚਲੇ ਗਿਆ ਜੀ। ਉਹਨੇ ਵੇਖਿਆ ਅੱਗੇ ਪਿੱਛੇ ਕੋਈ ਨਹੀਂ ਹੈਗਾ, ਰਸਤਾ ਸਾਫ਼, ਉਹਨੇ ਮਾਰ ਦਿੱਤਾ ਜੀ। ਹਾਂਜੀ। ਤੇ ਜਿਹੜਾ ਦੂਜਾ ਸੀ ਉਹਨੇ ਜਿਉਂਦਾ ਕਬੂਤਰ ਸੰਤਾਂ ਅੱਗੇ ਲਿਆ ਕੇ ਰੱਖਤਾ। ਉਹ ਕਹਿੰਦੇ ਵੀ ਤੂੰ ਮਾਰਿਆ ਕਿਉਂ ਨਹੀਂ? ਉਹ ਕਹਿੰਦਾ ਮਹਾਂਪੁਰਖੋ ਇਹੋ ਜੀ ਥਾਂ ਹੀ ਕੋਈ ਨਹੀਂ ਲੱਭੀ ਜਿੱਥੇ ਮੈਂ ਇਕੱਲਾ ਹੋਵਾਂ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦੇ ਕਿਉਂ? ਬੜੀਆਂ ਇਹੋ ਜਿਹੀਆਂ ਥਾਵਾਂ ਜਿੱਥੇ ਬੰਦਾ ਇਕੱਲਾ ਹੁੰਦਾ। ਉਹ ਕਹਿੰਦੇ ਨਹੀਂ, ਇਹੋ ਜੀ ਥਾਂ ਹੀ ਕੋਈ ਨਹੀਂ ਲੱਭੀ ਜਿੱਥੇ ਮੈਂ ਇਕੱਲਾ ਹੋਵਾਂ। ਉਹ ਕਹਿੰਦੇ ਕਿਉਂ? ਕਹਿੰਦਾ ਮੈਂ ਜਿੱਥੇ ਜਾਵਾਂ ਮੇਰਾ ਰੱਬ ਨਾਲ ਜਾਂਦਾ। ਕਹਿਣ ਲੱਗਾ ਗੱਜ ਕੇ ਆਖੋ ਵਾਹਿਗੁਰੂ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਮੈਂ ਜਿੱਥੇ ਜਾਣਾ ਉੱਥੇ ਪਰਮੇਸ਼ਰ ਜੀ ਨਾਲ ਜਾਂਦੇ, ਮੈਂ ਕਿਹਦੇ ਤੋਂ ਲੁਕਾਵਾਂ? ਕਹਿਣ ਲੱਗਾ। ਹਾਂਜੀ। ਉਹਨਾਂ ਆਖਿਆ ਵੀ ਤੂੰ ਪਾਸ ਹੋ ਗਿਆ। ਕਹਿਣ ਲੱਗੇ ਹਾਂਜੀ। ਬੰਦਾ ਲੱਖ ਲੁਕਾ ਲੇ, ਜੋ ਮਰਜ਼ੀ ਕਰ ਲੇ, ਪਰਮੇਸ਼ਰ ਜੀ ਵੇਖ ਹੀ ਰਹੇ ਜੀ। ਸਤਿਗੁਰੂ ਜੀ ਨੂੰ ਪਤਾ ਹੀ ਲੱਗਦਾ ਜੀ, ਲੱਗ ਜਾਂਦਾ ਜੀ। ਹੁਣ ਤਲਵਾਰ ਦਾ ਉਹਨੂੰ ਪਤਾ ਸੀਗਾ ਜੀ। ਜਦੋਂ ਉਹ ਸਾਹਮਣੇ ਆਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਕਿੱਥੇ ਰੱਖੀ ਤਲਵਾਰ? ਕਹਿਣ ਲੱਗੇ ਕਹਿ ਕੇ ਆਖੋ ਵਾਹਿਗੁਰੂ। ਕਿੱਥੇ ਰੱਖੀ? ਉਹ ਕਹਿਣ ਲੱਗੇ ਲੁਕਾ ਕੇ। ਹਾਂਜੀ। ਨਹੀਂ ਉਚਿਤ ਰਾਖਨ ਕੇ ਜਾਨੋ ਸ਼ਸਤਰ ਸਾਥ ਗਰਤ ਦੇਹੋ ਡਾਰ। ਮਹਾਰਾਜ ਕਹਿੰਦੇ ਗੁਰਮੁਖਾ ਉਹ ਜਿਹੜੀ ਤਲਵਾਰ ਹੈ ਉਹ ਰੱਖਣ ਯੋਗ ਨਹੀਂ ਹੈਗੀ। ਕਹਿਣ ਲੱਗੇ ਉਹ ਰੱਖਣ ਯੋਗ ਨਹੀਂ ਹੈਗੀ, ਚਾਹੀਦੀ ਹੈ ਤੇ ਸਾਡੇ ਕੋਲ ਲੈ ਲਾ। ਕਹਿਣ ਲੱਗੇ ਉਹ ਰੱਖਣ ਯੋਗ ਨਹੀਂ ਹੈਗੀ, ਉਹਨੂੰ ਵਾਪਸ ਗੱਡ ਕੇ ਆ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਉਹ ਰੱਖਣ ਯੋਗ ਨਹੀਂ ਹੈਗੀ। ਹਾਂਜੀ। ਸੁਨ ਤਿਨ ਸਮਝਿਓ ਕਿਸਹੂ ਕਹਿਓ ਹੋਏ ਮਤਸਰ ਤੇ ਚਾਰੀ ਉੱਚ ਆਰ। ਤੇ ਗੁਰਮੁਖੋ ਉਹਨੇ ਸੋਚਿਆ ਵੀ ਵੇਖੋ ਕੋਲ ਰਹਿੰਦਿਆਂ ਬੰਦੇ ਦੀ ਮੱਤ ਖਰਾਬ ਹੋ ਜਾਂਦੀ ਜੀ।
ਉਹਨੇ ਸੋਚਿਆ ਵੀ ਮੇਰੀ ਚੁਗਲੀ ਲਾਈ ਹੈ ਕਿਸੇ ਨੇ। ਗੱਜ ਕੇ ਆਖੋ ਵਾਹਿਗੁਰੂ। ਮੇਰੀ ਚੁਗਲੀ ਲਾਈ ਹੈ। ਤੇ ਹੁਣ ਉਹਨੂੰ ਬੰਦੇ ਦਾ ਤੇ ਨਾ ਪਤਾ ਨਹੀਂ ਜਿਹਨੇ ਚੁਗਲੀ ਲਾਈ, ਪਰ ਇਹੋ ਜਾਣ ਕੇ ਦੂਜੇ ਬੰਦੇ ਪ੍ਰਤੀ ਈਰਖਾ ਹੋ ਗਈ ਸੀ। ਨਜਾਇਜ਼ ਹੀ ਮਨ ਵਿੱਚ ਈਰਖਾ ਆ ਗਈ। ਈਰਖਾ ਵਿੱਚ ਮਤ ਹੋਰ ਖਰਾਬ ਹੋ ਗਈ। ਉਹਨੇ ਭਰੀ ਹੋਈ ਸੰਗਤ ਵਿੱਚ ਗੁਰੂ ਜੀ ਨੂੰ ਆਖਿਆ, ਹਾਂਜੀ, ਨਹੀਂ ਲੋਭ ਤੇ ਗੁਰ ਬਚ ਮਾਨਿਓ। ਕਹਿਣ ਲੱਗਾ ਮਹਾਰਾਜ ਮੈਂ ਤੇ ਲੁਕਾਈ ਨਹੀਂ। ਮਹਾਰਾਜ ਕਹਿੰਦੇ ਝੂਠ ਨਹੀਂ ਬੋਲੀਦਾ, ਹੋਰ ਲੈ ਲਈ। ਪਰ ਉਹ ਤਲਵਾਰ ਚੁੱਕ ਕੇ ਤੇ ਰੱਖ ਕੇ ਆ, ਲੁਕਾ ਕੇ ਆ, ਥੱਲੇ ਦੱਬ ਕੇ ਆ। ਕਹਿਣ ਲੱਗੇ ਉਹਨੂੰ, ਉਹ ਫਿਰ ਵੀ ਨਾ ਮੰਨਿਆ। ਲੋਭ ਨੇ ਉਹਦੀ ਮੱਤ ਮਾਰ ਦਿੱਤੀ ਜੀ। ਹਾਂਜੀ, ਮੁਕਰ ਪਰਿਓ ਨਾ ਲਈ ਤਰਵਾਰ। ਬਸ ਬਾਰ-ਬਾਰ ਮੁੱਕਰ ਹੀ ਗਿਆ ਜੀ। ਸਭ ਕੁਝ ਪਤਾ, ਹਾਂਜੀ, ਕਿਤੇ ਲੈ ਲੈ ਮੁੱਕਰ ਪਾਹੇ। ਸਭ ਕੁਝ ਹੁੰਦਿਆਂ ਹੋਇਆ ਵੀ ਇਸ ਤਰ੍ਹਾਂ ਮੁੱਕਰ ਜਾਂਦੇ ਜੀ। ਤੇ ਗੁਰਮੁਖੋ ਸੁਣੋ, ਗੁਰੂ ਸਾਹਿਬ ਸਾਹਮਣੇ ਮੁੱਕਰ ਗਿਆ ਜੀ, ਜਿਨ੍ਹਾਂ ਨੂੰ ਸਾਰਾ ਕੁਝ ਪਤਾ ਜੀ। ਵੱਡੇ ਤੋਂ ਵੱਡਾ ਪਾਪ ਹੋ ਜੇ ਜ਼ਿੰਦਗੀ 'ਚ, ਇੱਕ ਵਾਰੀ ਸਾਰੀ ਸੰਗਤ ਸਾਵਧਾਨ ਹੋਵੋ ਤੇ ਗੱਜ ਕੇ ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਬੜੀ ਵੱਡੀ ਸਮੱਤ ਦਿੱਤੀ ਸਾਨੂੰ। ਉਹ ਕਹਿੰਦੇ ਵੱਡੇ ਤੋਂ ਵੱਡਾ ਪਾਪ ਹੋ ਜੇ, ਬਸ ਸਿੱਖ ਪਤਾ ਮੇਰੇ ਕੋ ਪਾਪ ਹੋ ਗਿਆ, ਇੱਕ ਵਾਰ ਗੁਰੂ ਜੀ ਦੇ ਚਰਨ ਫੜ ਕੇ ਕਹਿ ਦੇ ਮਹਾਰਾਜ ਮੈਂ ਪਾਪੀ ਹਾਂ। ਇੰਨਾ ਕਹਿਣ ਦੀ ਦੇਰ ਹੈ। ਕਹਿਣ ਲੱਗੇ ਸਤਿਗੁਰੂ ਬਖਸ਼ ਲੈਂਦੇ। ਪਰ ਗੁਰਮੁਖੋ, ਪਾਪ ਛੋਟਾ ਜਿਹਾ ਵੀ ਹੋਵੇ ਤੇ ਬੰਦਾ ਮੁੱਕਰ ਜਾਵੇ ਫਿਰ ਨਹੀਂ ਬਖਸ਼ਿਆ ਜਾਂਦਾ ਜੀ। ਉਹ ਇਹ ਮੁੱਕਰ ਹੀ ਗਿਆ ਜੀ। ਮਹਾਰਾਜ ਮੈਂ ਤੇ ਲੁਕਾਈ ਨਹੀਂ। ਹਾਂਜੀ, ਤਿਸ ਮਨ ਕੀ ਗਤ ਅੰਤਰ ਜਾਮੀ ਜਾਨ ਲਈ ਲੋਭਿਓ ਹਿਤ ਧਾਰ। ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਾਣ ਗਏ ਵੀ ਲੋਭ ਨੇ ਇਹਦੀ ਮੱਤ ਖਰਾਬ ਕਰ ਦਿੱਤੀ ਹੈ। ਹਾਂਜੀ, ਦਇਓ ਸਰਾਪ ਸਤਿਗੁਰ ਤਬ ਤਿਸ ਕੋ। ਫਿਰ ਗੁਰੂ ਸਾਹਿਬ ਨੇ ਬਚਨ ਕੀਤਾ ਜੀ ਉਹਦੇ ਪਰਥਾਏ। ਹਾਂਜੀ, ਨਹੀਂ ਬਾਕ ਮਾਨਿਓ ਲਬ ਧਾਰ। ਮਹਾਰਾਜ ਕਹਿੰਦੇ ਭਾਈ ਤੂੰ ਲੋਭ ਵਿੱਚ ਆ ਕੇ ਸਾਡੀ ਗੱਲ ਨਹੀਂ ਮੰਨੀ। ਗੱਜ ਕੇ ਆਖੋ ਵਾਹਿਗੁਰੂ। ਅਸੀਂ ਤੈਨੂੰ ਬਾਰ-ਬਾਰ ਕਹਿ ਰਹੇ ਸਾਂ ਉਹ ਤਲਵਾਰ ਰੱਖਣ ਯੋਗ ਨਹੀਂ ਹੈਗੀ, ਹੈ ਤੇ ਤੁਰਕਦੀ ਹੈ। ਕਹਿਣ ਲੱਗੇ ਹੈ ਤੇ ਤੁਰਕਦੀ ਹੈ। ਔਰ ਉਸ ਤਲਵਾਰ ਨੇ ਗੁਰੂ ਕੇ ਸਿੱਖਾਂ ਨੂੰ ਮਾਰਿਆ ਜੀ। ਹਾਂਜੀ, ਉਹ ਤਲਵਾਰ ਰੱਖਣ ਯੋਗ ਨਹੀਂ ਹੈਗੀ। ਕਿਉਂ? ਮਹਾਰਾਜ ਕਹਿੰਦੇ ਸਨ ਵੀ ਉਹਨਾਂ ਦੇ ਸ਼ਸਤਰ ਨਹੀਂ ਰੱਖਣੇ, ਉਹਨਾਂ ਦੇ ਬਸਤਰ ਨਹੀਂ ਰੱਖਣੇ। ਜਿਹੜੇ ਸ਼ਸਤਰਾਂ ਨੇ ਗੁਰੂ ਕੇ ਸਿੱਖਾਂ ਨੂੰ ਮਾਰਿਆ ਹੋਵੇ, ਗੁਰੂ ਕੇ ਸਿੱਖਾਂ ਤੇ ਵਾਰ ਕੀਤੇ ਹੋਣ, ਉਹ ਸ਼ਸਤਰ ਵਧੀਆ ਥੋੜੀ ਹੈਗੇ ਜੀ। ਪੂਜੋ ਸ਼ਸਤਰ ਘਰ ਵਿੱਚ ਰੱਖ ਕੇ ਗੁਰੂ ਜੀ ਦੇ ਪੂਜੋ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਗੁਰੂ ਜੀ ਦੇ ਸ਼ਸਤਰਾਂ ਦਾ ਸਤਿਕਾਰ ਕਰੋ, ਮਾਣ ਕਰੋ। ਮੈਂ ਅੱਗੇ ਵੀ ਦੱਸਿਆ ਸੀ 10ਵੇਂ ਪਾਤਸ਼ਾਹ ਦੇ ਸ਼ਸਤਰ ਆਏ, ਕਿਵੇਂ ਸਤਿਕਾਰ ਕੀਤਾ ਜੀ। ਲਾਲ ਬਹਾਦਰ ਸ਼ਾਸਤਰੀ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਸਤਰਾਂ ਨੂੰ ਦਰਸ਼ਨ ਕਰਕੇ ਕਵਿਤਾ ਲਿਖੀ ਸੀਗੀ। ਉਂਝ ਤਾਂ ਦੁਨੀਆ 'ਚ ਬਥੇਰੇ ਨੇ ਸ਼ਸਤਰ, ਪਰ ਇਹਨਾਂ 'ਚ ਵਾਧਾ ਆ ਕਿ ਤੇਰੇ ਨੇ ਸ਼ਸਤਰ। ਮਹਾਰਾਜ ਉਵੇਂ ਤੇ ਬੜੇ ਨੇ ਦੁਨੀਆ 'ਚ ਸ਼ਸਤਰ, ਪਰ ਇਹਨਾਂ ਸ਼ਸਤਰਾਂ ਦਾ ਵਾਧਾ ਇਹ ਹੈ ਕਿ ਸੱਚੇ ਪਾਤਸ਼ਾਹ ਇਹ ਤੁਹਾਡੇ ਸ਼ਸਤਰ ਨੇ ਮਹਾਰਾਜ। ਉਂਝ ਤਾਂ ਦੁਨੀਆ 'ਚ ਬਥੇਰੇ ਨੇ ਸ਼ਸਤਰ, ਪਰ ਇਹਨਾਂ 'ਚ ਵਾਧਾ ਹੈ ਕਿ ਤੇਰੇ ਨੇ ਸ਼ਸਤਰ। ਇਹ ਸ਼ਸਤਰ ਨਸਤਰ ਨੇ ਗੁਰੂ ਵੈਦ ਦੇ, ਰੋਗੀ ਤੇ ਮਿੱਤਰ ਭਲੇਰੇ ਨੇ ਸ਼ਸਤਰ। ਉਹ ਗੁਰੂ ਦੇ ਹੱਥ ਵਿੱਚ ਫੜਿਆ ਹੋਇਆ ਸ਼ਸਤਰ ਪਤਾ ਕਿਸ ਤਰ੍ਹਾਂ ਦਾ? ਗੱਜ ਕੇ ਆਖੋ ਵਾਹਿਗੁਰੂ। ਉਹ ਦੱਸਦੇ ਨੇ, ਉਹ ਕਹਿੰਦੇ ਗੁਰੂ ਦਾ ਸ਼ਸਤਰ ਫੜਿਆ ਹੋਇਆ ਇਸ ਤਰ੍ਹਾਂ ਹੈ ਜਿਵੇਂ ਡਾਕਟਰ ਕਿਸੇ ਦੀ ਜਾਨ ਬਚਾਉਣ ਵਾਸਤੇ ਸ਼ਸਤਰ ਫੜਦਾ ਜੀ। ਗੁਰੂ ਸਾਹਿਬ ਭਲਾ ਕਰਨ ਲਈ ਸ਼ਸਤਰ ਫੜਦੇ ਜੀ, ਮਾਰਨ ਵਾਸਤੇ ਨਹੀਂ ਵੀ ਇਹਦਾ ਭਲਾ ਹੋ ਜੇ। ਲਲਾ ਬੇਗ ਨੂੰ ਤਲਵਾਰ ਮਾਰ ਕੇ ਭਲਾ ਕਰ ਦਿੱਤਾ ਜੀ। ਜਿਉਂਦਿਆਂ ਜੀ ਚੰਗੇ ਕੰਮ ਕਰਦਾ ਤੇ ਸਵਰਗ ਨਹੀਂ ਮਿਲਣਾ ਜੀ ਉਹਨੂੰ। ਸ੍ਰੀ ਸਾਹਿਬ ਮਾਰ ਕੇ ਸਵਰਗ ਦੇਤਾ ਜੀ ਉਹਨੂੰ। ਹਾਂਜੀ, ਰੋਗੀ ਦੇ ਸ਼ਸਤਰ, ਯੋਗੀ ਨੇ ਦੇ ਮਿੱਤਰ ਭਲੇਰੇ ਨੇ ਸ਼ਸਤਰ। ਉਹਨਾਂ ਕਿਹਾ ਵੀ ਇਹ ਸ਼ਸਤਰ ਕੱਲੇ ਸਾਡੇ ਨਹੀਂ, ਇਹ ਸ਼ਸਤਰ ਸਾਂਝੇ ਨੇ ਸਾਰਿਆਂ ਦੇ। ਔਰ ਉਹਨਾਂ ਆਖਿਆ ਸੀ ਇਹਨਾਂ ਸ਼ਸਤਰਾਂ ਨੇ ਲਾਜ ਰੱਖੀ ਹੈ ਵਤਨ ਦੀ, ਤਾਈਓ ਪੂਜਦਾ ਹੈ ਅੱਜ ਜੱਗ ਤੇਰੇ ਨੇ ਸ਼ਸਤਰ। ਗੁਰੂ ਗੋਬਿੰਦ ਸਿੰਘ ਸਾਹਿਬ, ਤੁਹਾਡੇ ਸ਼ਸਤਰਾਂ ਦੀ ਪੂਜਾ ਤਾਂ ਹੁੰਦੀ ਹੈ ਕਿਉਂਕਿ ਗੁਰੂ ਜੀ ਦੇ ਸ਼ਸਤਰ ਨੇ ਜਗਤ ਦੀ ਪੈਜ ਰੱਖੀ, ਵਤਨ ਦੀ ਪੈਜ ਰੱਖੀ। ਗੱਜ ਕੇ ਆਖੋ ਵਾਹਿਗੁਰੂ। ਤਾਂ ਪੂਜਾ ਹੁੰਦੀ ਗੁਰੂ ਦੇ ਸ਼ਸਤਰ ਦੀ। ਤੇ ਗੁਰਮੁਖੋ, ਜਿਹੜੇ ਸ਼ਸਤਰ ਗੁਰੂ ਕੇ ਸਿੱਖਾਂ ਤੇ ਚੱਲੇ ਹੋਣ
ਉਹ ਸ਼ਸਤਰ ਸਾਂਭਣ ਵਾਲੇ ਨਹੀਂ ਹੈਗੇ ਜੀ। ਮਹਾਰਾਜ ਕਹਿੰਦੇ ਗੁਰਮੁਖਾ ਉਹ ਤਲਵਾਰ ਸਾਂਭਣ ਵਾਲੀ ਨਹੀਂ ਹੈਗੀ, ਉਹ ਗੁਰੂ ਕੇ ਸਿੱਖਾਂ ਤੇ ਚੱਲੀ ਹੈ, ਪਰ ਤੂੰ ਲੋਭ ਵਿੱਚ ਆ ਕੇ ਸਾਡੀ ਗੱਲ ਨਹੀਂ ਮੰਨੀ। ਹਾਂਜੀ। ਰਾਖਨ ਕਰੀ ਸੋ ਤੇਰੀ ਕੁਲ ਮੈਂ ਚਲਤ ਰਹੇਗੀ ਖਰ ਤਰਵਾਰ। ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸੁਣ ਫਿਰ ਇਹ ਤਲਵਾਰ ਤੇਰੀ ਕੁੱਲ 'ਚ ਹੀ ਰਹੇਗੀ। ਕਹਿਣ ਲੱਗੇ ਹੁਣ ਹੈ ਇਹ ਤਲਵਾਰ ਤੇਰੀ ਕੁੱਲ 'ਚ ਰਹੇਗੀ ਤੇ ਤੇਰੇ ਆਪਣੇ ਬੰਦਿਆਂ ਤੇ ਹੀ ਚੱਲਿਆ ਕਰੇਗੀ। ਕਹਿਣ ਲੱਗੇ ਆਪਸ ਵਿੱਚ ਲੜਾਈ ਝਗੜਾ ਹੋਏਗਾ, ਇਹ ਤਲਵਾਰ ਪਰਿਵਾਰ ਵਿੱਚ ਹੀ ਚੱਲਦੀ ਰਹੇਗੀ। ਕਹਿਣ ਲੱਗੇ ਹਾਂਜੀ। ਆਪਸ ਮਹਿ ਰਿਸ ਕਰੇ ਪ੍ਰਹਾਰੈ। ਤੇਰੇ ਪਰਿਵਾਰ ਦੇ ਬੰਦੇ ਆਪਸ ਵਿੱਚ ਹੀ ਲੜਿਆ ਕਰਨਗੇ, ਆਪਸ ਵਿੱਚ ਹੀ ਉਹਨਾਂ ਨੂੰ ਗੁੱਸਾ ਆਇਆ ਕਰੇਗਾ, ਆਪਸ ਵਿੱਚ ਹੀ ਤਲਵਾਰਾਂ ਕੱਢ ਕੱਢ ਮਾਰਿਆ ਕਰਨਗੇ। ਹਾਂਜੀ। ਕਟੈ ਕਿਰਪਾਨ ਸੰਗ ਬਹੁ ਬਾਰ। ਇਹ ਦੁਸ਼ਟ ਦੀ ਕਿਰਪਾਨ ਹੈ। ਕਹਿਣ ਲੱਗੇ ਤੇ ਸੁਣ ਲਾ ਉਹ ਤਬਾਹੀ ਕਰਦੀ ਤਾਈਓ ਕਹਿੰਦੇ ਹਨ ਨੱਪਦੇ। ਕਹਿਣ ਲੱਗੇ ਹੁਣ ਸੁਣ ਤੇਰੇ ਆਪਣੇ ਪਰਿਵਾਰ ਨੂੰ ਕਟਿਆ ਕਰੇਗੀ ਇਹ ਤਲਵਾਰ। ਕਹਿਣ ਲੱਗੇ ਵੱਢਿਆ ਕਰੇਗੀ ਤੇਰੇ ਆਪਣਿਆਂ ਨੂੰ ਹੁਣ। ਹਾਂਜੀ। ਅਬ ਲਓ ਸਰਾਪ ਵਿਦਤ ਹੀ ਤਿੰਨ ਮੈਂ ਲਰਤ ਰਹੇ ਹੋਏ ਖੜਗ ਪ੍ਰਹਾਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ ਅੱਜ ਤੱਕ ਉਹਨਾਂ ਦੀ ਕੁੱਲ ਵਿੱਚ ਗੁਰੂ ਜੀ ਦਾ ਇਹ ਬਚਨ ਚੱਲਦਾ ਆ ਰਿਹਾ ਹੈ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦੀ ਕੁੱਲ ਵਿੱਚ ਤਲਵਾਰਾਂ ਹੀ ਚੱਲੀ ਜਾਂਦੀਆਂ। ਕਹਿਣ ਲੱਗੇ ਉਹਨਾਂ ਦੀ ਕੁੱਲ ਆਪਸ ਵਿੱਚ ਲੜੀ ਜਾਂਦੀ ਜੀ, ਲੜੀ ਜਾਂਦੀ ਜੀ। ਵੇਖੋ ਨਾ ਜੀ, ਜੇ ਗੁਰੂ ਸਾਹਿਬ ਨੇ ਬਚਨ ਕਿਹਾ ਤੇ ਸਾਡੇ ਭਲੇ ਵਾਸਤੇ ਹੀ ਆਖਿਆ ਜੀ। ਉਹ ਅੱਜ ਤੱਕ ਕਹਿਣ ਲੱਗੇ ਉਹਨਾਂ ਦੇ ਪਰਿਵਾਰ 'ਚ ਲੜਾਈ ਹੋਈ ਜਾਂਦੀ ਜੀ ਜਿਹਨੇ ਗੁਰੂ ਜੀ ਦਾ ਬਚਨ ਨਹੀਂ ਮੰਨਿਆ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਪੱਕੀ ਹਿਰਦੇ 'ਚ ਰੱਖੀਏ ਗੁਰਮੁਖੋ, ਗੁਰੂ ਜੀ ਦਾ ਇੱਕ ਇੱਕ ਬਚਨ, ਛੋਟੇ ਤੋਂ ਛੋਟਾ ਬਚਨ ਵੀ ਸਾਡੇ ਵਾਸਤੇ ਬੜਾ ਵੱਡਾ ਹੈਗਾ ਜੀ। ਔਰ ਗੁਰਮੁਖੋ ਸਾਡੇ ਵਾਸਤੇ ਉਹ ਕਲਿਆਣਕਾਰੀ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਸ਼ਸਤਰਾਂ ਬਸਤਰਾਂ ਸਮੇਤ ਗੱਡ ਦਿਓ, ਕੋਈ ਵਸਤੂ ਨਾ ਰੱਖਿਓ, ਪਰ ਉਹਨੇ ਲੋਭ ਕਰ ਹੀ ਲਿਆ ਜੀ, ਬਚਨ ਨਹੀਂ ਕਮਾਇਆ। ਆਮ ਹੀ ਬਚਨ ਹੈ, ਹਰੇ ਵੈਸੇ ਹੀ ਬੋਲਦੇ ਗੁਰੂ ਜੀ। ਗੱਜ ਕੇ ਆਖੋ ਵਾਹਿਗੁਰੂ। ਕਈ ਵਾਰੀ ਬੰਦਾ ਐਸਾ ਕਰ ਦਿੰਦਾ, ਕੱਪੜਾ ਹੋਵੇ ਭਾਵੇਂ 500 ਰੁਪਏ ਮੀਟਰ, ਹਾਂਜੀ, ਕੱਪੜਾ ਜਿਹੜਾ ਤਨ ਤੇ ਪਾਇਆ ਭਾਵੇਂ 500 ਰੁਪਏ ਮੀਟਰ ਹੋਵੇ ਜੀ, ਪਰ ਉਹਨਾਂ ਚਿਰ ਤੱਕ ਕੱਪੜਾ ਫੱਬਦਾ ਨਹੀਂ ਆ ਜਿੰਨਾ ਚਿਰ ਤੱਕ ਨਿੱਕਾ ਜਿਹਾ ਬਟਨ ਨਾ ਲੱਗੇ ਜੀ। ਹਾਂਜੀ। ਇਹ ਨਿੱਕੇ ਜਿਹੇ ਬਟਨ ਦੀ ਵੀ ਬੜੀ ਵੈਲਿਊ ਹੈਗੀ ਜੀ। ਬਸ ਇਸੇ ਹੀ ਤਰ੍ਹਾਂ ਆਪਾਂ ਜੋ ਮਰਜ਼ੀ ਕਰ ਲਈਏ, ਬੜਾ ਹੀ ਕੰਮ ਕਰ ਲਈਏ ਜੀ, ਜੇ ਨਿੱਕਾ ਜਿਹਾ ਬਚਨ ਵੀ ਨਾ ਕਮਾਇਆ ਗਿਆ ਤੇ ਉਹਦੇ ਤੇ ਵੀ ਨੁਕਸਾਨ ਹੋ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਚਲੋ ਗੁਰੂ ਜੀ ਦੇ ਤੇ ਬਚਨ ਸਾਰੇ ਹੀ ਬੜੇ ਵੱਡੇ ਨੇ, ਅਸੀਂ ਤੇ ਸਾਰੇ ਵੱਡੇ ਕਰਕੇ ਮੰਨਣੇ, ਪਰ ਜੇ ਗੁਰੂ ਸਾਹਿਬ ਕਹਿ ਰਹੇ ਸਨ ਤੇਰੇ ਵਿੱਚ ਰਾਜ ਸੀਗਾ ਬੜਾ ਵੱਡਾ ਜੀ, ਬਹੁਤ ਵੱਡਾ ਰਾਜ ਸੀ, ਉਹਨੇ ਨਹੀਂ ਮੰਨਿਆ ਜੀ। ਤੇ ਵੇਖ ਲਓ ਉਹਦੇ ਆਪਣੇ ਪਰਿਵਾਰ ਨੂੰ ਬਾਅਦ ਚੋਂ ਨੁਕਸਾਨ ਹੋਇਆ। ਸੋ ਇਹਦੇ ਤੋਂ ਅੱਗੇ ਜਿਹੜਾ ਇਤਿਹਾਸ ਹੈ ਉਹ ਆਪਾਂ ਫਿਰ ਕੱਲ ਨੂੰ ਸਰਵਣ ਕਰਾਂਗੇ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਅੱਗੋਂ ਕੀ ਚੋਦ ਕਰਦੇ, ਆਪਾਂ ਸਿੱਖਿਆ ਲੈਣੀ ਹੈ ਗੁਰਮੁਖੋ। ਜੇ ਗਲਤੀ ਨਾਲ, ਹਾਂਜੀ, ਜਾਂ ਜਾਣ ਬੂਝ ਕੇ ਸਾਡੇ ਕੋਲੋਂ ਭੁੱਲ ਹੋ ਵੀ ਗਈ ਹੈ, ਆਪਾਂ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਕਹਿ ਦੇਣਾ ਸੱਚੇ ਪਾਤਸ਼ਾਹ ਸਾਡੇ ਕੋਲੋਂ ਗਲਤੀ ਹੋ ਗਈ। ਹਾਂਜੀ। ਜਿਹੜਾ ਛੇਤੀ ਮੰਨ ਲੇਗਾ ਉਹ ਤੇ ਛੇਤੀ ਕਿਰਪਾ ਹੋ ਜਾਏਗੀ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ। ਤੇ ਜਿਹੜੇ ਅੱਗੋਂ ਅੜੇ ਰਹਿੰਦੇ ਜੀ, ਅੜੇ ਹੀ ਰਹਿੰਦੇ ਜੀ, ਫਿਰ ਉਹ ਅੜਕਣ ਚੱਲਦੀ ਰਹਿੰਦੀ ਜੀ। ਫਿਰ ਇੱਕ ਵਾਰੀ ਜਿਹੜਾ ਅੜ ਜੇ ਫਿਰ ਔਂਕਣਾ ਉਹਦੇ ਪਿੱਛੇ ਹੀ ਆ ਜਾਂਦੀਆਂ ਜੀ। ਹਾਂਜੀ। ਕੋਈ ਗਲਤੀ ਹੋ ਜੇ, ਕਿਉਂ ਬੰਦਾ ਭੁੱਲਣਹਾਰ ਹੈ, ਇਹ ਤਾਂ ਹੈ ਨਹੀਂ ਵੀ ਸਾਡੇ ਕੋਲ ਗਲਤੀ ਨਹੀਂ ਹੋ ਸਕਦੀ। ਕੋਈ ਗਲਤੀ ਹੋ ਜੇ ਜ਼ਿੰਦਗੀ 'ਚ, ਦੋਵੇਂ ਹੱਥ ਜੋੜ ਕੇ ਕਹਿ ਦੇਣਾ ਸੱਚੇ ਪਾਤਸ਼ਾਹ ਹਾਂ ਪਾਪੀ ਤੂੰ ਬਖਸ਼ਣਹਾਰ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਾਡੇ ਕੋਲੋਂ ਭੁੱਲ ਹੋ ਗਈ ਹੈ, ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ ਲਓ ਜੀ ਮਹਾਰਾਜ। ਆਓ ਬੜੇ ਪ੍ਰੇਮ ਨਾਲ ਇਹੋ ਹੀ ਪੰਕਤੀ ਆਖੀਏ, ਫਿਰ ਖਿਮਾ ਮੰਗਾਂਗੇ। ਉਸ ਸਿੱਖ ਦੀ ਜੈਸੀ ਮੱਤ ਸੀ, ਇਹ ਵੀ ਗੁਰੂ ਜੀ ਦਾ ਹੀ ਆਪਣਾ ਚੋਜ ਸੀਗਾ ਜੀ। ਹਾਂਜੀ। ਪਰ ਸਾਡੇ ਵਾਸਤੇ ਬੜੀ ਵੱਡੀ ਸਿੱਖਿਆ ਹੈਗੀ ਜੀ, ਬਹੁਤ ਵੱਡੀ ਸਿੱਖਿਆ ਹੈਗੀ। ਤਾਈਓ ਭਾਈ ਗੁਰਦਾਸ ਜੀ ਇਹ ਗੱਲ ਲਿਖਦੇ ਨੇ, ਹਉ ਅਪਰਾਧੀ ਗੁਣੈਗਾਰ ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ,
ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਇਹਦੇ ਵਿੱਚ ਸਾਰੇ ਔਗੁਣ ਉਹਨਾਂ ਆਪਣੇ ਗਿਣ ਲਏ ਜੀ ਸਾਨੂੰ ਸਮਝਾਉਣ ਵਾਸਤੇ। ਤੇ ਅਖੀਰ ਤੇ ਆਖਿਆ ਸਿਮਰ ਮੁਰੀਦਾ ਢਾਡੀਆਂ ਸਤਿਗੁਰ ਬਖਸ਼ਣ ਦਾ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦੇ ਸਭ ਔਗੁਣ ਗਣਾ ਕੇ ਗੁਰੂ ਅੱਗੇ ਕਹਿ ਦੇ ਮੈਂ ਪਾਪੀ ਆ, ਸੱਚੇ ਪਾਤਸ਼ਾਹ ਛਿਨ ਚ ਹੀ ਬਖਸ਼ ਲੈਂਦੇ ਜੀ, ਛਿਨ ਚ ਜੀ। ਹਾਂਜੀ ਬੜੇ ਪ੍ਰੇਮ ਨਾਲ ਆਖੋ ਸਾਰੇ, ਹਾਂ ਪਾਪੀ ਤੂੰ ਬਖਸ਼ਣ ਹਾਰ, ਹਾਂ ਪਾਪੀ ਤੂੰ ਬਖਸ਼ਣ ਹਾਰ, ਹਾਂ ਪਾਪੀ ਤੂੰ ਬਖਸ਼ਣ ਹਾਰ, ਹਾਂ ਪਾਪੀ ਤੂੰ ਬਖਸ਼ਣ ਹਾਰ। ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵੰਦੇ, ਅਸੀਂ ਖਤੇ ਬਹੁਤ ਕਮਾਵੰਦੇ। ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈਹੋ, ਹਰ ਕਿਰਪਾ ਕਰਕੇ ਬਖਸ਼ ਲੈਹੋ, ਹਰ ਕਿਰਪਾ ਕਰਕੇ ਬਖਸ਼ ਲਿਓ, ਹਰ ਕਿਰਪਾ ਕਰਕੇ ਬਖਸ਼ ਲਿਓ। ਹਾਂ ਪਾਪੀ ਵੱਡ ਗੁਣਹਗਾਰ, ਹਾਂ ਪਾਪੀ ਵੱਡ ਗੁਣਹਗਾਰ, ਹਾਂ ਪਾਪੀ ਵੱਡ ਗੁਣਹਗਾਰ, ਹਾਂ ਪਾਪੀ ਵੱਡ ਗੁਣਹਗਾਰ। ਤੇ ਹੋਰ ਜਿੰਨਾ ਆਪਾਂ ਪ੍ਰੇਮ ਨਾਲ ਬੇਨਤੀ ਕਰਾਂਗੇ, ਤੁਸੀਂ ਸੰਗਤ ਬਹੁਤ ਪੂਜਣਯੋਗ ਹੋ, ਸਤਿਕਾਰਯੋਗ ਹੋ, ਪਰ ਇੱਕ ਜਿਗਿਆਸੂ ਜਿੰਨੇ ਪ੍ਰੇਮ ਨਾਲ ਬੇਨਤੀ ਕਰਦਾ ਹੈ ਓਨੀ ਛੇਤੀ ਤੇ ਓਨੀ ਜਲਦੀ ਸੁਣੀ ਜਾਂਦੀ ਜੀ ਬੇਨਤੀ ਜੀ। ਹਾਂਜੀ खुदा मंजूर करता है जो बात दिल से होती है, मुश्किल यही है कि यह बहुत मुश्किल से होती है। दिलों पुकार निकले ये विरला ही देना जी। हाँ जी आखो सारे, लेखा कतः न छूटिया, लेखा कतः न छूटिया, लेखा कतः न छूटिया, लेखा कतः न छूटिया। खिन खिन पूलन हार, खिन खिन पूलन हार, खिन खिन पूलन हार, खिन खिन पूलन हार। जी बख्शन हार बख्श लै, बख्शन हार बख्श लै, बख्शन हार बख्श लह, बख्शन हार बख्श लह, बख्शन हार बख्श लै, बख्शन हार बख्श लै, बख्शन हार बख्श लह, बख्शन हार बख्श लह। नानक पार उतार, नानक पार उतार, नानक पार उतार, नानक पार उतार। सच्चे पातशाह किरपा करन, दया करन, मेहर करन जी। होइयां बेअंत प्रकार दीयां भुल्लां चुकां दी खेमा जी। दोवें हथ जोड़ के प्रेम सहित गज के फतेह बुलाओ जी। वाहिगुरु जी का खालसा, वाहिगुरु जी की फतेह।